Hello everyone. Sorry I am late today for this class, but as long as we're doing it, so it's all good. ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਕਿ ਸਾਡਾ ਐਡਿਕਸ਼ਨ ਕੋਰਸ ਚੱਲ ਰਿਹਾ ਵਾ ਹਰ ਵੀਰਵਾਰ ਥਰਸਡੇ ਨੂੰ ਅਸੀਂ 5:30 ਵਜੇ ਲਾਈਵ ਹੁੰਨੇ ਆ ਸੌਰੀ ਅੱਜ ਮੈਂ ਲੇਟ ਹੋ ਗਈ ਆਈ ਮੀਨ ਇਟਸ ਆਈ ਥਿੰਕ ਇਟਸ 6 o'clock ਸੋ ਸੌਰੀ ਪਰ ਜਿਹੜੇ ਸਾਰੇ ਸਾਡੇ ਐਡਿਕਸ਼ਨ ਦੇ ਕੋਰਸ ਜਿਹੜੀਆਂ ਕਲਾਸਿਸ ਆ ਸਾਡੀਆਂ ਆਨਲਾਈਨ ਜਾਂਦੀਆਂ ਵਾ ਤੁਸੀਂ ਫੇਸਬੁੱਕ ਤੇ ਦੁਬਾਰਾ ਦੇਖ ਸਕਦੇ ਹੋ ਤੁਸੀਂ YouTube ਤੇ ਦੇਖ ਸਕਦੇ ਹੋ ਐਂਡ ਤੁਸੀਂ ਸਾਡੀ ਵੈਬਸਾਈਟ ਤੇ ਵੀ ਦੇਖ ਸਕਦੇ ਹੋ www.pelvindergill.com ਉੱਥੇ ਵੀ ਦੇਖ ਸਕਦੇ ਹੋ ਸੋ ਬਾਕੀ ਜੇ ਤੁਹਾਨੂੰ ਲੱਗਦਾ ਕਿ ਇਹ ਕਲਾਸਿਸ ਤੁਹਾਡੀ ਮਦਦ ਕਰ ਰਹੀਆਂ ਵਾ ਐਂਡ ਤੁਹਾਨੂੰ ਲੱਗਦਾ ਕਿ ਹੋਰ ਲੋਕਾਂ ਦੀ ਵੀ ਮਦਦ ਕਰ ਸਕਦੀਆਂ ਸਾਡੀ ਵੱਧ ਤੋਂ ਵੱਧ ਕੋਸ਼ਿਸ਼ ਆ ਕਿ ਇਹਨਾਂ ਕਲਾਸਿਸ ਦੇ ਰਾਹੀਂ ਅਸੀਂ ਇੱਕ ਮਾਨਸਿਕ ਜਿਹੜਾ ਐਡਿਕਸ਼ਨ ਆ ਜਿਹਦੇ ਲਈ ਅਸੀਂ ਬੜੇ ਔਖੇ ਤਰੀਕੇ ਨਾਲ ਗੱਲ ਕਰਦੇ ਹਾਂ ਸਾਨੂੰ ਗੱਲ ਕਰਨੀ ਚੰਗੀ ਨਹੀਂ ਲੱਗਦੀ ਸਾਡੇ ਕਲਚਰ ਦੇ ਵਿੱਚ ਗੱਲ ਕਰਨੀ ਨਹੀਂ ਸਾਨੂੰ ਚੰਗੀ ਲੱਗਦੀ ਸੋ ਅਸੀਂ ਵੱਧ ਤੋਂ ਵੱਧ ਜਿਹੜੀਆਂ ਕਨਵਰਸੇਸ਼ਨ ਇਹਨਾਂ ਗੱਲਾਂ ਬਾਤਾਂ ਵਾਸਤੇ ਪਲੇਟਫਾਰਮ ਬਣਾਈਏ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਦੇ ਵਿੱਚੋਂ ਮਦਦ ਲੈ ਸਕਣ ਮੈਂ ਕਾਫੀ ਕੁਛ ਹੋਇਆ ਵਾ ਪਿਛਲੇ ਹਫਤੇ ਵੀ ਜੋ ਕਿ ਅਸੀਂ ਨਿਊਜ਼ ਦੇ ਵਿੱਚ ਕਾਫੀ ਸੁਣਿਆ ਵਾ ਮੈਂ ਉਹਨਾਂ 'ਤੇ ਲਾਈਵ ਸੈਸ਼ਨਸ ਵੀ ਕਰਨਾ ਚਾਹੁੰਦੀ ਸੀ ਪਰ ਅਸੀਂ ਰੈਡ FM ਨਾਲ ਇੱਕ ਸੈਸ਼ਨ ਅੱਜ ਰਿਕਾਰਡ ਕੀਤਾ ਸੋ ਵੀ ਆਨਲਾਈਨ ਜਾਊਗਾ ਤੁਸੀਂ ਉਹ ਸੁਣ ਸਕਦੇ ਹੋ ਅਸੀਂ ਇੱਕ ਸੈਸ਼ਨ ਕਨੈਕਟ FM ਦੇ ਨਾਲ ਵੀ ਕੀਤਾ ਵਾ ਜੋ ਕਿ ਆਦਮੀਆਂ ਦੀ ਮਾਨਸਿਕ ਸਿਹਤ ਵਾਸਤੇ ਸੋ ਤੁਸੀਂ ਉਹ ਵੀ ਸੁਣ ਸਕਦੇ ਹੋ ਮੈਂ ਦੋਨੇ ਜਿਹੜੇ ਸੈਸ਼ਨ ਰਿਕਾਰਡਡ ਆ ਉਹ ਆਨਲਾਈਨ ਫੇਸਬੁੱਕ ਤੇ ਪਾਵਾਂਗੇ ਤੁਸੀਂ ਉੱਥੋਂ ਸੁਣ ਸਕਦੇ ਹੋ ਹਾਂਜੀ ਸੋ ਅੱਜ ਅਸੀਂ ਐਡਿਕਸ਼ਨ ਕਲਾਸ ਨੰਬਰ 5 ਕਰ ਰਹੇ ਹਾਂ ਮੈਂ ਰੈਕਮੈਂਡ ਕਰੂੰਗੀ ਕਿ ਜੇ ਤੁਸੀਂ ਜਾਂ ਤੁਹਾਨੂੰ ਕੋਈ ਜਾਣਦਾ ਇਸ ਬਿਮਾਰੀ 'ਚੋਂ ਜੂਝ ਰਿਹਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਕਾਉਂਸਲਿੰਗ ਲਓ ਇੱਕ ਪ੍ਰੋਫੈਸ਼ਨਲ ਆਪਦੇ ਵਾਸਤੇ ਹਾਇਰ ਕਰੋ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਆ ਜਿਹੜੀਆਂ ਕਈ ਵਾਰ ਫ੍ਰੀ ਸਰਵਿਸਿਜ਼ ਵੀ ਹੁੰਦੀਆਂ ਤੁਸੀਂ ਇੰਟਰਨੈਟ 'ਤੇ ਸਰਚ ਕਰ ਸਕਦੇ ਹੋ ਸੋ ਆਪਦੇ ਆਪ ਲਈ ਮਦਦ ਲੱਭੋ ਇਹ ਬੜਾ ਜ਼ਰੂਰੀ ਹੈ ਕਿ ਤੁਹਾਡੇ ਕੋਲ ਇੱਕ ਪ੍ਰੋਫੈਸ਼ਨਲ ਕਾਉਂਸਲਰ ਹੋਵੇ ਹਾਂਜੀ ਅੱਜ ਅਸੀਂ ਗੱਲ ਕਰਾਂਗੇ ਕਿ ਸਾਡੇ ਜਿਹੜੇ ਪਰਿਵਾਰ ਆ ਉਹ ਜਦੋਂ ਐਡਿਕਸ਼ਨ ਹੁੰਦੀ ਆ ਤੇ ਉਹਨੂੰ ਸੋਲਵ ਕਰਨ ਦੀ ਕਿਵੇਂ ਕੋਸ਼ਿਸ਼ ਕਰਦੇ ਜਿਹੜੇ ਪਰਿਵਾਰ ਜਿਹੜੇ ਆਲੇ ਦੁਆਲੇ ਲੋਕ ਹੁੰਦੇ ਆ ਜੋ ਇਨਸਾਨ ਐਡਿਕਸ਼ਨ ਦੇ ਵਿੱਚੋਂ ਜਾ ਰਿਹਾ ਹੁੰਦਾ ਜਿਹੜੇ ਉਹਦੇ ਆਲੇ ਦੁਆਲੇ ਲੋਕ ਹੁੰਦੇ ਆ ਉਹ ਐਡਿਕਸ਼ਨ ਨੂੰ ਕਿਵੇਂ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਆ ਉਹਦੇ ਮਾਂ-ਬਾਪ ਹੋਣ ਜਾਂ ਉਹਦੇ ਵਾਈਫ ਹੋਵੇ ਜਾਂ ਉਹਦਾ ਕੋਈ ਪਾਰਟਨਰ ਹੋਵੇ ਜਾਂ ਆਲੇ ਦੁਆਲੇ ਹੋਰ ਵੀ ਕੋਈ ਦੋਸਤ ਮਿੱਤਰ ਹੋਣ ਸੋ ਪਹਿਲਾਂ ਤਾਂ ਇਹ ਕਿ ਸਾਡੇ ਕਲਚਰ ਦੇ ਵਿੱਚ ਐਂਡ ਮੈਂ ਐਕਸਪੀਰੀਅੰਸ ਕੀਤਾ ਵਾ ਆਮ ਜਦੋਂ ਮੈਂ ਲੋਕਾਂ ਨੂੰ ਕਾਉਂਸਲਿੰਗ ਵੀ ਕਰਦੀ ਹਾਂ ਡੋਮੈਸਟਿਕ ਵਾਇਲੈਂਸ ਦੇ ਵਿੱਚ ਵੀ ਕਾਉਂਸਲਿੰਗ ਕਰਦੀ ਹਾਂ ਉੱਥੇ ਬਹੁਤ ਸਾਰੇ ਐਡਿਕਸ਼ਨ ਦੇ ਵੀ ਕਈ ਵਾਰ ਮੇਰੇ ਕੋਲ ਕੇਸਿਸ ਆਉਂਦੇ ਨੇ ਸਾਡਾ ਜਿਹੜਾ ਸਮਾਜ ਆ ਸਾਡਾ ਜਿਹੜਾ ਕਲਚਰ ਆ ਉਹ ਇੱਕ ਐਡਿਕਸ਼ਨ ਨੂੰ ਇੱਕ ਸ਼ੇਮ ਬੇਸਡ ਦੇ ਨਾਲ ਸੋਲਵ ਕਰਨ ਦੀ ਕੋਸ਼ਿਸ਼ ਕਰਦਾ ਵਾ ਉਹ ਸੋਚਦਾ ਵਾ ਕਿ ਜਿਹੜਾ ਇਨਸਾਨ ਨੂੰ ਅਸੀਂ ਇਹਨੂੰ ਤਾਨੇ ਮਿਹਨੇ ਦੇਵਾਂਗੇ ਇਹਨੂੰ ਇੱਕ ਸ਼ੇਮ ਦਿਵਾਵਾਂਗੇ ਇਹਨੂੰ ਆਪਦੇ ਆਪ ਦੇ ਬੁਰਾ ਮਹਿਸੂਸ ਕਰਵਾਵਾਂਗੇ ਮੈਂ ਕਿਹਾ ਜਾਂਦਾ ਨਾ ਕਿ ਇਹਨੂੰ ਬੁਰਾ ਲੱਗੇ ਇਹਨੂੰ ਬੁਰਾ ਮਹਿਸੂਸ ਹੋਵੇ ਓਨਾ ਹੀ ਇਹ ਇਨਸਾਨ ਛੇਤੀ ਠੀਕ ਹੋਊਗਾ ਜਿਵੇਂ ਅਸੀਂ ਕਹਿੰਦੇ ਡਰਾਓ ਇਹਨੂੰ ਕਿਸੇ ਤਰੀਕੇ ਨਾਲ ਡਰਾਓ ਜਾਂ ਇਹਦੇ 'ਤੇ ਕਿਸੇ ਤਰੀਕੇ ਨਾਲ ਇਹਨੂੰ ਗੱਲਾਂ ਕਹੋ ਜਿਹੜੀਆਂ ਇਹਨੂੰ ਦੁੱਖ ਦੇਣ ਤਾਂ ਜੋ ਇਹ ਠੀਕ ਹੋ ਸਕੇ ਐਂਡ ਆਹੀ ਜਿਹੜਾ ਸਾਡਾ ਸੁਧਾਰਨ ਦਾ ਸਿਸਟਮ ਹੈ ਨਾ ਜਿਹੜਾ ਸਾਡਾ ਸੁਧਾਰਨ ਦਾ ਇੱਕ ਮੈਥਡ ਹੈ ਇੱਕ ਤਰੀਕਾ ਵਾ ਉਹ ਐਕਚੁਅਲੀ ਇਹਨਾਂ ਲੋਕਾਂ ਨੂੰ ਉਦੋਂ ਵੀ ਜ਼ਿਆਦਾ ਐਡਿਕਸ਼ਨ ਦੇ ਵਿੱਚ ਪਾਉਂਦਾ ਵਾ ਇਹਦੀ ਜਿਵੇਂ ਮੈਂ ਐਗਜ਼ਾਮਪਲ ਤੁਹਾਨੂੰ ਇੱਦਾਂ ਦੇ ਸਕਦੀ ਫੋਰ ਐਗਜ਼ਾਮਪਲ ਜੇ ਕਿਸੇ ਦੀ ਆਰਮ ਟੁੱਟੀ ਹੋਈ ਕਿਸੇ ਦੀ ਬਾਂਹ ਟੁੱਟੀ ਵੀ ਆ ਐਂਡ ਤੁਸੀਂ ਉਹਦੀ ਇਲਾਜ ਕਰਨ ਵਾਸਤੇ ਉਹਦੀ ਹੀਲ ਕਰੋਗੇ ਉਹਨੂੰ ਡਾਕਟਰ ਦੇ ਲੈ ਕੇ ਜਾਓਗੇ ਪਰ ਜੇ ਤੁਸੀਂ ਸੋਚਿਆ ਕਿ ਮੇਰੀ ਆਹ ਬਾਂਹ ਟੁੱਟੀ ਵੀ ਆ ਤੇ ਮੈਂ ਇਹਦੇ 'ਤੇ ਹੋਰ ਮਾਰਾਂ ਫਿਰ ਉਹ ਠੀਕ ਹੋ ਜੂ ਕਿ ਉਹ ਠੀਕ ਹੋਊਗੀ ਕਦੇ ਜਾਂ ਤੁਹਾਡੀ ਲੱਤ ਟੁੱਟੀ ਵੀ ਤੁਸੀਂ ਹੋਰ ਉਹਦੇ 'ਤੇ ਕੁਛ ਭਾਰ ਪਾ ਦਵੋ ਜਾਂ ਹੋਰ ਕੁਛ ਉਹਨੂੰ ਲਾਈਕ ਲੱਤ 'ਤੇ ਕੋਈ ਚੀਜ਼ ਮਾਰੋ ਉਹ ਜ਼ਿਆਦਾ ਖਰਾਬ ਹੋਊਗੀ ਉਹ ਜ਼ਿਆਦਾ ਉਹ ਜ਼ਖਮੀ ਹੋਊਗੀ ਇਵੇਂ ਹੀ ਜਿਹੜੇ ਲੋਕਾਂ ਦੀ ਇਹਨਾਂ ਦੀ ਮਾਨਸਿਕਤਾ ਆਲਰੇਡੀ ਜ਼ਖਮੀ ਹੋਈ ਹੁੰਦੀ ਹੈ ਆਪਦੇ ਬਾਰੇ ਆਲਰੇਡੀ ਬਹੁਤ ਬੁਰਾ ਮਹਿਸੂਸ ਕਰਦੇ ਹੁੰਦੇ ਆ ਐਂਡ ਅਸੀਂ ਕੀ ਕਰਦੇ ਇੱਕ ਪਰਿਵਾਰ ਇੱਕ ਉਹਦੇ ਮੈਂਬਰ ਜਾ ਕੇ ਇੱਕ ਦੋਸਤ ਮਿੱਤਰ ਉਹਦੇ ਨਾਲ ਜਾ ਕੇ ਉਹਨੂੰ ਸ਼ੇਮ ਕਰਦੇ ਆ ਕਿ ਤੂੰ ਇੱਕ ਚੰਗਾ ਪਤੀ ਨਹੀਂ ਹੈਗਾ ਤੂੰ ਇੱਕ ਚੰਗਾ ਪਾਰਟਨਰ ਨਹੀਂ ਹੈਗਾ ਗਾ ਤੂੰ ਇੱਕ ਚੰਗਾ ਪਿਓ ਵੀ ਨਹੀਂ ਹੈਗਾ ਤੂੰ ਇੱਕ ਚੰਗਾ ਬੇਟਾ ਨਹੀਂ ਹੈਗਾ ਗਾ ਤੂੰ ਇੱਕ ਚੰਗਾ ਭਰਾ ਨਹੀਂ ਹੈਗਾ ਅਸੀਂ ਸ਼ੇਮ ਕਰਦੇ ਹਾਂ ਅਸੀਂ ਉਹਨਾਂ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਇਹ ਸੋਚ ਕੇ ਕਿ ਉਹ ਬਦਲਣਗੇ ਹੁੰਦਾ ਕਿ ਅਸੀਂ ਜਿਹੜੀ ਸੱਟ ਉਹਨਾਂ ਤੋਂ ਡੂੰਘਾਈ ਦੇ ਵਿੱਚ ਲੱਗੀ ਹੁੰਦੀ ਆ ਅਸੀਂ ਉਸ 'ਤੇ ਹੀ ਹੋਰ ਵੀ ਸੱਟਾਂ ਮਾਰਦੇ ਹਾਂ ਉਹਨਾਂ ਲਈ ਇਹ ਐਡਿਕਸ਼ਨ ਦੇ ਵਿੱਚੋਂ ਨਿਕਲਣਾ ਬਹੁਤ ਔਖਾ ਹੋ ਜਾਂਦਾ ਵਾ ਤੁਸੀਂ ਆਮ ਇਹ ਚੀਜ਼ ਤੁਸੀਂ ਨੋਟਿਸ ਵੀ ਕੀਤੀ ਹੋਊਗੀ ਜੇ ਤੁਸੀਂ ਕਦੇ
ਇਹ ਜੇ ਕੋਈ ਰਿਸ਼ਤੇ ਦੇ ਵਿੱਚ ਜਾਂ ਤੁਹਾਡੇ ਜਿਹੜਾ ਕੋਈ ਜਾਣਦਾ ਕਰਦਾ ਉਹਨੂੰ ਇਹ ਐਡਿਕਸ਼ਨ, ਲੋਕੀ ਉਹ ਕਦੇ ਨਹੀਂ ਹਟਣਗੇ ਇਸ ਨਸ਼ੇ ਤੋਂ, ਪਾਸੇ ਨਹੀਂ ਹੋਣਗੇ ਇਹਨਾਂ ਐਡਿਕਸ਼ਨ ਤੋਂ, ਜੇ ਅਸੀਂ ਉਹਨਾਂ ਨੂੰ ਹੋਰ ਵੀ ਬੁਰਾ ਮਹਿਸੂਸ ਕਰਾਵਾਂਗੇ। ਬਿਕਾਜ਼ ਉਹ ਨਸ਼ਾ ਇਸ ਕਰਕੇ ਕਰਦੇ ਹੁੰਦੇ, ਉਹ ਆਪਦੇ ਬਾਰੇ ਬੜਾ ਬੁਰਾ ਮਹਿਸੂਸ ਕਰਦੇ ਹੁੰਦੇ। ਇਹ ਤਾਂ ਆਲਰੇਡੀ ਉਹ ਆਪਦੇ ਬਾਰੇ ਬੁਰਾ ਮਹਿਸੂਸ ਕਰ ਰਹੇ, ਮੈਂ ਬੁਰਾ ਭਰਾ ਵਾਂ, ਮੈਂ ਬੁਰਾ ਪਿਤਾ ਵਾਂ, ਮੈਂ ਬੁਰਾ ਇਨਸਾਨ ਆ, ਮੈਂ ਮੇਰੇ 'ਚ ਸਭ ਕੁਝ ਬੁਰਾ ਵਾ, ਮੇਰੇ 'ਚ ਚੰਗਾ ਹੀ ਕੁਝ ਨਹੀਂ। ਜੇ ਤੁਸੀਂ ਕਦੇ ਵੀ ਉਹਨਾਂ ਨਾਲ ਇੱਕ ਵਲਨਰੇਬਲ ਕਨਵਰਸੇਸ਼ਨ ਕਰਨ ਲੱਗੋ ਨਾ, ਤੇ ਉਹ ਤੁਹਾਨੂੰ ਦੱਸਣਗੇ ਵੀ ਉਹਨਾਂ ਦੇ ਅੰਦਰ ਬਹੁਤ ਬੁਰੇ ਇਨਸਾਨ ਆਪਦੇ ਆਪ 'ਚ ਮਹਿਸੂਸ ਕਰਦੇ ਨੇ। ਐਂਡ ਅਸੀਂ ਕੀ ਕਰਦੇ ਰਿਸ਼ਤਿਆਂ ਦੇ ਵਿੱਚ, ਅਸੀਂ ਹੋਰ ਵੀ ਉਹਨਾਂ ਨੂੰ ਬੁਰੇ ਇਨਸਾਨ ਮਹਿਸੂਸ ਕਰਵਾਉਣੇ ਆ। ਅਸੀਂ ਕਹਿੰਦੇ ਹਾਂ ਤੂੰ ਬੁਰਾ ਵਾ, ਸਾਨੂੰ ਰਿਸ਼ਤਿਆਂ ਦੇ ਵਿੱਚ, ਐਂਡ ਉਹੀ ਸੱਟ ਲੱਗਣ ਦੀ ਗੱਲ। ਸੋ ਇਹ ਬੜਾ ਜ਼ਰੂਰੀ ਹੈ ਕਿ ਜਦੋਂ ਅਸੀਂ ਇਹਨਾਂ ਲੋਕਾਂ ਦੀ ਮਾਨਸਿਕਤਾ ਨਾਲ ਕੰਮ ਕਰੀਏ, ਇੱਕ ਅਸੀਂ ਇਹਨਾਂ ਨੂੰ ਬੁਰੇ ਲੋਕ ਨਾ ਦੇਖੀਏ, ਅਸੀਂ ਇਹਨਾਂ ਨੂੰ ਦੁਖੀ ਲੋਕ ਵੇਖੀਏ। ਜਦੋਂ ਤੁਸੀਂ ਇੱਕ ਜਿਹੜਾ ਇਸ ਐਡਿਕਸ਼ਨ ਦੇ ਵਿੱਚ ਝੂੰਝ ਰਿਹਾ ਇਨਸਾਨ ਆ, ਚਾਹੇ ਤੁਹਾਡਾ ਪਾਰਟਨਰ, ਚਾਹੇ ਤੁਹਾਡਾ ਬੇਟਾ ਵਾ, ਚਾਹੇ ਤੁਹਾਡਾ ਬੱਚਾ ਵਾ, ਚਾਹੇ ਤੁਹਾਡਾ ਮਾਂ-ਬਾਪ ਆ, ਤੁਸੀਂ ਉਹਨਾਂ ਨੂੰ ਇਸ ਨਜ਼ਰੀਏ ਨਾਲ ਦੇਖੋ ਕਿ ਇੱਕ ਦੁਖੀ ਇਨਸਾਨ ਹੈ, ਇਹਨਾਂ ਅੰਦਰ ਦਰਦ ਆ, ਐਂਡ ਆਪਦੇ ਦਰਦ ਨੂੰ ਢੱਕਣ ਵਾਸਤੇ ਇੱਕ ਕੰਬਲ ਲੈ ਰਹੇ ਨੇ, ਇੱਕ ਆਪਦੇ ਆਪ ਨੂੰ ਬਲੈਂਕਟ ਲੈ ਰਹੇ ਨੇ ਆਪਦੇ ਦਰਦ ਨੂੰ ਢੱਕਣ ਵਾਸਤੇ। ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ, ਕੋਈ ਵੀ ਚੀਜ਼ ਢੱਕਣ ਨਾਲ ਤਾਂ ਠੀਕ ਨਹੀਂ ਹੁੰਦੀ, ਉਦੋਂ ਵੱਧਦੀ ਆ। ਸੋ ਪਰ ਥੱਲੇ ਉਹਦੇ ਦਰਦ ਆ। ਸੋ ਜਦੋਂ ਵੀ ਤੁਸੀਂ ਈਵਨ ਐਜ਼ ਅ ਕਲਚਰ ਵੀ ਸਾਨੂੰ ਬਦਲਣਾ ਪਊਗਾ। ਜਦੋਂ ਤੁਸੀਂ ਕਿਸੇ ਇਹੋ ਜਿਹੇ ਇਨਸਾਨ ਨੂੰ ਮਿਲਦੇ ਹੋ ਜੋ ਇਸ ਬਿਮਾਰੀ 'ਚ ਝੂੰਝ ਰਿਹਾ ਵਾ, ਆਪਦੀ ਜੱਜਮੈਂਟ ਇਸ ਤਰੀਕੇ ਨਾਲ ਲਵੋ ਕਿ ਇਹ ਇੱਕ ਬੁਰਾ ਇਨਸਾਨ ਨਹੀਂ, ਇੱਕ ਦੁਖੀ ਇਨਸਾਨ ਹੈ। ਜਦੋਂ ਤੁਸੀਂ ਉਹਨਾਂ ਨੂੰ ਇਹ ਦੁਖੀ ਇਨਸਾਨ ਦੇ ਨਾਲ ਲੈਣ ਲੱਗੇ ਨਾ, ਸਾਡੇ ਦਿਲ ਦੇ ਵਿੱਚ ਉਹਨਾਂ ਲਈ ਹਮਦਰਦੀ ਵੱਧ ਜੂਗੀ। ਕਿਉਂ ਲੋਕ ਬਾਹਰ ਨਹੀਂ ਆਉਂਦੇ ਕਿ ਇਹਨਾਂ ਚੀਜ਼ਾਂ ਦੇ ਵਿੱਚ ਕਈ ਵਾਰ ਲੋਕੀ ਆਪਦੇ ਆਪ ਨੂੰ ਬਹੁਤ ਜ਼ਿਆਦਾ ਹਾਰਮ ਕਰ ਲੈਂਦੇ, ਪਰ ਉਹ ਕਦੇ ਨਹੀਂ ਦੱਸਣਗੇ ਮੈਨੂੰ ਐਡਿਕਸ਼ਨ ਦੀ ਪ੍ਰੋਬਲਮ ਆ। ਮੈਂ ਕੰਮ ਵੀ ਕਰਦੀ ਹਾਂ ਲੋਕਾਂ ਨਾਲ, ਉਹ ਕਦੇ ਨਹੀਂ ਐਡਮਿਟ ਕਰਦੇ ਵੀ ਸਾਨੂੰ ਐਡਿਕਸ਼ਨ ਦੀ ਪ੍ਰੋਬਲਮ ਆ। ਬਿਕਾਜ਼ ਅਸੀਂ ਜਦੋਂ ਕੋਈ ਲੋਕ ਨਸ਼ਾ ਕਰਦੇ ਆ, ਅਸੀਂ ਉਹਨਾਂ ਨੂੰ ਬੁਰਾ ਬਣਾਇਆ ਹੋਇਆ, ਅਸੀਂ ਇਹ ਸਮਝਿਆ ਵੇ ਸਭ ਤੋਂ ਬੁਰੇ ਤੇ ਨੀਚੇ ਹੋਏ ਲੋਕ ਆ। ਐਂਡ ਜਦੋਂ ਅਸੀਂ ਸੁਸਾਇਟੀ ਦੇ ਵਿੱਚ ਇਹ ਸਟਿਗਮਾ ਪਾ ਦਿੰਦੇ ਆ, ਤੇ ਜਿਹੜੇ ਲੋਕਾਂ ਨੂੰ ਇਹ ਬਿਮਾਰੀ ਹੁੰਦੀ ਆ, ਉਹ ਲੋਕ ਬਾਹਰ ਆਉਣੋਂ ਹਟ ਜਾਂਦੇ, ਉਹ ਲੋਕ ਮਦਦ ਲੈਣੋਂ ਹਟ ਜਾਂਦੇ। ਫੋਰ ਐਗਜ਼ਾਮਪਲ, ਜੇ ਮੈਂ ਤੁਹਾਨੂੰ ਕਹਾਂ ਕਿ ਜਿਹੜੇ ਇਨਸਾਨ ਅਸੀਂ ਸੁਸਾਇਟੀ ਦੇ ਵਿੱਚ ਇਹ ਸਟਿਗਮਾ ਪਾ ਦਈਏ ਕਿ ਜਿਹੜੇ ਇਨਸਾਨ ਦੀ ਫੋਰ ਐਗਜ਼ਾਮਪਲ ਬੁਖਾਰ ਹੁੰਦਾ, ਜਾਂ ਜਿਹੜੇ ਇਨਸਾਨ ਨੂੰ ਦੀ ਬਾਂਹ ਟੁੱਟਦੀ ਆ, ਉਹ ਬੁਰੇ ਇਨਸਾਨ ਨੇ ਸਾਰੇ। ਲੋਕਾਂ ਦੀ ਬਾਂਹ ਟੁੱਟੂਗੀ ਤੇ ਲੋਕਾਂ ਨੇ ਦੱਸਣਾ ਵੀ ਨਹੀਂ ਇੱਕ ਦੂਜੇ ਨੂੰ, ਕਿਉਂਕਿ ਅਸੀਂ ਬੁਰਾ ਬਣਨ ਤੋਂ ਡਰਦੇ ਹਾਂ। ਅਸੀਂ ਚਾਹੁੰਦੇ ਨਹੀਂ ਕਿ ਲੋਕ ਸਾਡੇ ਬਾਰੇ ਬੁਰਾ ਸੋਚਣ। ਇਵੇਂ ਜਦੋਂ ਜਿਹੜਾ ਇਨਸਾਨ ਨਸ਼ੇ ਕਰਦਾ ਵਾ, ਜਿਹੜਾ ਇਨਸਾਨ ਐਡਿਕਸ਼ਨ ਦੇ ਵਿੱਚ ਆ, ਜਦੋਂ ਅਸੀਂ ਉਹਨੂੰ ਸੁਸਾਇਟੀ ਤੇ ਕਲਚਰ ਤੇ ਇਸ ਲੈਵਲ ਤੇ ਉਹਨੂੰ ਦੇਖਾਂਗੇ ਨਾ ਕਿ ਇੱਕ ਬੁਰੇ ਇਨਸਾਨ ਹੈ, ਇਹਨਾਂ ਤੋਂ ਪਾਸੇ ਦੀ ਲੰਘ ਜਾਓ, ਇਹਨਾਂ ਤੋਂ ਦੂਰ ਦੀ ਲੰਘ ਜਾਓ, ਇਹਨਾਂ ਦੇ ਕੋਲੇ ਨਾ ਜਾਵੋ, ਇਹ ਬਹੁਤ ਬੁਰੇ ਆ, ਇਹ ਬੁਰਾ ਕਰਦੇ ਆ, ਇਹ ਨੀਚੇ ਲੋਕ ਆ। ਘਰ ਦੇ ਵਿੱਚ ਵੀ ਜਦੋਂ ਅਸੀਂ ਗੱਲਾਂ ਕਰਦੇ ਹਾਂ, ਇਹਦੀ ਬਜਾਏ ਜੇ ਅਸੀਂ ਆਪਦੀ ਮਾਨਸਿਕਤਾ ਇਸ ਤੇ ਬਦਲੀਏ ਕਿ ਉਹ ਬੁਰੇ ਲੋਕ ਨਹੀਂ, ਉਹ ਇੱਕ ਦੁਖੀ ਲੋਕ ਆ, ਐਂਡ ਦੁਖੀ ਲੋਕਾਂ ਦੀ ਅਸੀਂ ਮਦਦ ਕਰਦੇ ਹਾਂ, ਦੁਖੀ ਲੋਕਾਂ ਤੋਂ ਅਸੀਂ ਡਰ ਕੇ ਪਾਸੇ ਨਹੀਂ ਭੱਜਦੇਗੇ। ਸੋ ਇਹ ਇੱਕ ਬੜਾ ਜ਼ਰੂਰੀ ਹੈ ਕਿ ਆਪਦੀ ਮਾਨਸਿਕਤਾ ਬਦਲੋ। ਚਾਹੇ ਤੁਸੀਂ ਉਸ ਕਿਸੇ ਵੀ ਤਰੀਕੇ ਨਾਲ ਜੇ ਤੁਸੀਂ ਨਹੀਂ ਵੀ ਤੁਹਾਡੇ ਨਾਲ ਕੋਈ ਇੱਦਾਂ ਦਾ ਜਿਹੜਾ ਐਡਿਕਸ਼ਨ ਕੇਸ ਹੈਗਾ, ਜੇ ਇੱਕ ਕਲਚਰ, ਇੱਕ ਸੁਸਾਇਟੀ ਦੇ ਵਿੱਚ ਵੀ ਆ ਤੁਸੀਂ ਜਦੋਂ ਵੀ ਕਿਸੇ ਇਨਸਾਨ ਨੂੰ ਜਿਹਨੂੰ ਦੇਖਣਾ, ਜਿਹਨੂੰ ਨਸ਼ੇ ਦੀ ਪ੍ਰੋਬਲਮ ਆ, ਜਿਹਨੂੰ ਇੱਕ ਬਿਮਾਰੀ ਹੈ ਐਡਿਕਸ਼ਨ, ਉਹਨੂੰ ਤੁਸੀਂ ਇਸ ਨਜ਼ਰੀਏ ਨਾਲ ਦੇਖਣਾ ਕਿ ਇੱਕ ਦੁਖੀ ਇਨਸਾਨ ਆ, ਇੱਕ ਬੁਰਾ ਇਨਸਾਨ ਨਹੀਂ ਹੈਗਾ। ਐਂਡ ਜਦੋਂ ਅਸੀਂ ਇਹ ਚੀਜ਼ਾਂ ਕਲਚਰ ਐਂਡ ਸੁਸਾਇਟੀ ਦੇ ਵਿੱਚ ਕਹਿਣ ਲੱਗ ਜਾਵਾਂਗੇ ਨਾ, ਬਹੁਤ ਲੋਕੀ ਮਦਦ ਲੈਣ ਬਾਹਰ ਆ ਜਾਣਗੇ। ਬਿਕਾਜ਼ ਅਸੀਂ ਉਹ ਜਿਹੜੇ ਸਟਿਗਮਾ ਔਰ ਨੈਗੇਟਿਵ ਐਸੋਸੀਏਸ਼ਨ ਉਹਨਾਂ ਦੀ ਛਡਾ ਦਿੰਦੇ ਆ। ਸੋ ਹਮਦਰਦੀ, ਬਿਕਾਜ਼ ਜਿਹੜਾ ਇਹਨਾਂ ਦਾ ਟਰਾਮਾ, ਜਿਹੜਾ ਇਹਨਾਂ ਦਾ ਆਪਦੇ ਅੰਦਰ ਜਿਹੜਾ ਇਹਨਾਂ ਦਾ ਮਾਨਸਿਕ ਦੁੱਖ ਬਹੁਤ ਗੂੜੀ ਸਟੇਟ ਦੇ ਵਿੱਚ ਪਿਆ ਹੁੰਦਾ। ਆਪਦੇ ਆਪ ਨਾਲ ਇਹਨਾਂ ਦਾ ਰਿਸ਼ਤਾ ਬੜਾ ਨਫ਼ਰਤ ਵਾਲਾ ਹੁੰਦਾ, ਆਪਦੇ ਆਪ ਤੋਂ ਇਹ ਨਫ਼ਰਤ ਕਰਦੇ ਆ। ਕਿਉਂਕਿ ਜਿਵੇਂ ਤੁਸੀਂ ਇਹਨਾਂ ਨੂੰ ਕਹਿੰਦੇ ਆ, ਆਪਾਂ ਸਮਝਦੇ ਹਾਂ ਕਿ ਮੋਰਲ ਸਟੈਂਡ ਜਿਹੜਾ ਇਹਨਾਂ ਦਾ ਆਪਾਂ ਹੁੰਦਾ ਨਾ ਕਿ ਇੱਕ ਜਿਹੜਾ ਚੰਗਾ ਹਸਬੈਂਡ ਆ ਉਹ ਆਹ ਕੰਮ ਕਰ ਸਕਦਾ, ਜਿਹੜਾ ਇੱਕ ਚੰਗਾ ਬੇਟਾ ਉਹ ਆਹ ਕਰ ਸਕਦਾ। ਇਹ ਮੋਰਲ ਸਟੈਂਡ ਤੋਂ ਡਿੱਗਦੇ ਆ, ਇਹ ਮਹਿਸੂਸ ਕਰਦੇ ਆ ਵੀ ਅਸੀਂ ਜਿਹੜਾ ਇੱਕ ਮੋਰਲ ਇੱਕ ਸੁਸਾਇਟੀ ਨੇ ਸਟੈਂਡਰਡ ਕੀਤਾ ਹੋਇਆ ਸੀ, ਅਸੀਂ ਉਹਦੇ ਬਾਵਜੂਦ ਤਾਂ ਕੁਝ ਵੀ ਨਹੀਂ। ਸੋ ਕੌਨਸਟੈਂਟਲੀ ਆਪਦੇ ਆਪ ਦੇ ਵਿੱਚ ਇੱਕ ਇਹ ਲੜਾਈ ਤੇ ਇਹਨਾਂ ਦੀ ਜੰਗ ਹੁੰਦੀ ਆ ਕਿ ਅਸੀਂ ਕਿੰਨੇ ਬੁਰੇ ਆ। ਐਂਡ ਸੋ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਇਹ ਬੋਝ ਇਹਨਾਂ ਤੇ ਨਾ ਪਾਈਏ, ਅਸੀਂ ਇੱਕ ਇਹਨਾਂ ਨੂੰ ਬੁਰੇ ਨਾ ਦੇਖੀਏ, ਅਸੀਂ ਇੱਕ ਇਹਨਾਂ ਨੂੰ ਦੁਖੀ ਇਨਸਾਨ ਦੇਖੀਏ। ਜਦੋਂ ਵੀ ਅਸੀਂ ਸ਼ੇਮ ਬੇਸ ਦੇ ਵਿੱਚ ਪਲੇ ਹਾਂ, ਸਾਡਾ ਬਚਪਨ ਸ਼ੇਮ ਬੇਸ ਦੇ ਵਿੱਚ ਰਿਹਾ ਵਾ। ਸੋ ਐਂਡ ਫਿਰ ਤੁਸੀਂ ਕਹੋ ਕਿ ਇਹਨਾਂ ਦਾ ਬਿਹੇਵੀਅਰ ਕਿਵੇਂ ਐਡਰੈਸ ਕਰੀਏ। ਜੇ ਅਸੀਂ ਐਂ ਨਾ ਕਹੀਏ ਵੀ ਤੂੰ ਗਲਤ ਕਰਦਾ ਵਾ, ਤੇ ਉਹ ਕਿੱਥੋਂ ਹਟੂਗਾ। ਜੇ ਅਸੀਂ ਇਹ ਨਾ ਕਹੀਏ ਕਿ ਤੇਰਾ ਵਿਵਹਾਰ ਬੁਰਾ ਵਾ, ਤੇਰਾ ਤੂੰ ਹਟੂਗਾ ਕੀ। ਜੀ ਹਾਂ,
ਅਸੀਂ ਕਿਸੇ ਨੂੰ ਸ਼ੇਮ ਕੀਤੇ ਹੋਏ ਬਿਨਾਂ ਵੀ ਜਿਹੜਾ ਉਹਦਾ ਬਿਹੇਵੀਅਰ ਆ ਉਹਦੀ ਅਕਾਊਂਟੇਬਿਲਿਟੀ ਦਿਖਾ ਸਕਦੇ ਹਾਂ। ਫੋਰ ਐਗਜ਼ਾਮਪਲ, ਜਦੋਂ ਤੁਸੀਂ ਇਸ ਕਿਸੇ ਇਹੋ ਜਿਹੇ ਇਨਸਾਨ ਨਾਲ ਗੱਲ ਕਰ ਰਹੇ ਹੋ ਐਂਡ ਤੁਸੀਂ ਉਹਦੇ ਨਾਲ ਗੱਲ ਕਰ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਸੀਂ ਇਹ ਕਹਿਣਾ ਕਿ ਤੂੰ ਇਨਸਾਨ ਬਹੁਤ ਵਧੀਆ ਵਾ, ਤੇਰਾ ਵੀ ਜੀ ਕਰਦਾ ਵਾ ਕਿ ਮੈਂ ਆਪਦੀ ਲਾਈਫ ਨੂੰ ਇੱਕ ਵਧੀਆ ਫੰਕਸ਼ਨ ਬਣਾਵਾਂ, ਤੇਰਾ ਵੀ ਜੀ ਕਰਦਾ ਐਂਡ ਤੂੰ ਕੋਸ਼ਿਸ਼ ਵੀ ਕਰਦਾ ਸ਼ਾਇਦ ਆਪਦੇ ਆਪ ਨੂੰ ਠੀਕ ਰੱਖਣ ਦੀ, ਆਪਦੇ ਆਪ ਨੂੰ ਇਸ ਬਿਮਾਰੀ ਤੋਂ ਉਭਰਨ ਦੀ, ਐਂਡ ਤੇਰੀਆਂ ਕੋਸ਼ਿਸ਼ਾਂ ਸ਼ਾਇਦ ਫੇਲ ਹੋ ਜਾਂਦੀਆਂ, ਤੇਰੀਆਂ ਬਿਹੇਵੀਅਰ ਜਿਹੜੇ ਤੂੰ ਕਰਦਾ ਉਹ ਸ਼ਾਇਦ ਫੇਲ ਹੋ ਜਾਂਦੇ ਆ, ਪਰ ਅੰਦਰੋਂ ਸਾਨੂੰ ਪਤਾ ਤੂੰ ਕੋਸ਼ਿਸ਼ ਕਰਦਾ, ਮੈਨੂੰ ਤੈਨੂੰ ਮਦਦ ਦੀ ਲੋੜ ਆ। ਸੋ ਤੇਰਾ ਬਿਹੇਵੀਅਰ ਫੇਲ ਹੁੰਦਾ ਪਰ ਤੇਰੀ ਇੰਟੈਂਸ਼ਨ ਸਾਨੂੰ ਪਤਾ ਵਾ ਕਿ ਇੱਕ ਤੂੰ ਫਿਰ ਵੀ ਚੰਗਾ ਇਨਸਾਨ ਆ, ਤੇਰੇ ਅੰਦਰ ਬਹੁਤ ਸਾਰੀਆਂ, ਬਿਕਾਜ਼ ਇਹ ਲੋਕ ਆਪਦੇ ਬਾਰੇ ਚੰਗਿਆਈ ਭੁੱਲ ਚੁੱਕੇ ਹੁੰਦੇ ਆ। ਕਦੇ ਤੁਸੀਂ ਇਹਨਾਂ ਲੋਕਾਂ ਨੂੰ, ਜੇ ਤੁਹਾਡਾ ਐਕਸਪੀਰੀਅੰਸ ਹੋਇਆ ਤਾਂ ਕਦੇ ਤੁਸੀਂ ਇਹਨਾਂ ਨੂੰ ਪੁੱਛਿਓ। ਮੈਂ ਹਮੇਸ਼ਾ ਜਦੋਂ ਐਡਿਕਸ਼ਨ ਦੀ ਕਾਉਂਸਲਿੰਗ ਕਰਦੀ ਤੇ ਮੈਂ ਉਹਨਾਂ ਨੂੰ ਪੁੱਛਦੀ ਆਪਣੇ ਬਾਰੇ ਚੰਗੀਆਂ ਚੀਜ਼ਾਂ ਮੈਨੂੰ ਦੱਸੋ। ਉਹ ਕਹਿੰਦੇ ਆਪਣੇ ਬਾਰੇ ਤਾਂ ਕੋਈ ਚੰਗੀ ਚੀਜ਼ ਹੈ ਹੀ ਨਹੀਂ, ਕਹਿ ਨਹੀਂ ਸਕਦੇ ਕਿ ਉਹਨਾਂ ਨੂੰ ਯਾਦ ਕਰਨੀ ਔਖੀ ਹੋ ਜਾਂਦੀ ਵੀ ਉਹਨਾਂ ਦੇ ਵਿੱਚ ਚੰਗੀ ਚੀਜ਼ ਕੀ ਹੈ। ਸੋ ਬਿਕਾਜ਼ ਇਹ ਆਪਦੇ ਨਾਲ ਹੀ ਭੁੱਲ ਗਏ ਹੁੰਦੇ ਆ ਕਿ ਸਾਡੇ 'ਚ ਚੰਗੀਆਂ ਚੀਜ਼ਾਂ ਕੀ ਆ। ਐਂਡ ਐਜ਼ ਜੇ ਅਸੀਂ ਬਾਹਰ ਬੈਠੇ ਇਹਨਾਂ ਦੀ ਹੈਲਪ ਕਰ ਰਹੇ ਹਾਂ ਟ੍ਰੀਟਮੈਂਟ 'ਚ, ਸਾਨੂੰ ਬੜਾ ਜ਼ਰੂਰੀ ਹੈ ਕਿ ਅਸੀਂ ਇਹਨਾਂ ਦੀਆਂ ਚੰਗੀਆਂ ਚੀਜ਼ਾਂ ਇਹਨਾਂ ਨੂੰ ਗਿਣਾ ਸਕੀਏ। ਐਂਡ ਜ਼ਰੂਰ ਫੋਰ ਐਗਜ਼ਾਮਪਲ ਮੇਬੀ ਇਹਨਾਂ ਦੇ ਨਿੱਕੇ ਨਿੱਕੇ ਮੂਮੈਂਟਸ ਇਹਨਾਂ ਨੂੰ ਯਾਦ ਕਰਾਓ ਜਿੱਥੇ ਇਹਨਾਂ ਨੇ ਇੱਕ ਚੰਗੀਆਂ ਚੀਜ਼ਾਂ ਕੀਤੀਆਂ ਗਈਆਂ। ਫੋਰ ਐਗਜ਼ਾਮਪਲ ਮੇਬੀ ਇੱਕ ਟਾਈਮ 'ਤੇ ਇੱਕ ਹਸਬੈਂਡ ਨੇ ਆਪਦੀ ਵਾਈਫ ਲਈ ਕੋਈ ਚੰਗਾ ਕੰਮ ਕੀਤਾ ਜਾਂ ਬੱਚਿਆਂ ਲਈ ਕੋਈ ਚੰਗਾ ਕੰਮ, ਜਸਟ ਬਿਕਾਜ਼ ਇਹ ਇੱਕ ਐਡਿਕਸ਼ਨ ਦੇ ਵਿੱਚ ਆ, ਜਸਟ ਬਿਕਾਜ਼ ਇਹ ਨਸ਼ੇ ਦੇ ਵਿੱਚ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਇਹਨਾਂ ਨੂੰ ਚਿੱਟਾ ਜਾਂ ਕਾਲਾ ਸੋਚ ਨਹੀਂ ਰੱਖਣੀ ਵੀ ਜਾਂ ਤਾਂ ਜਮਾਂ ਬੁਰੇ ਬਣਾ ਦੇਣਾ। ਨਹੀਂ, ਇਹਨਾਂ ਦੇ ਵਿੱਚ ਵੀ ਚੰਗੀਆਂ ਚੀਜ਼ਾਂ ਹੋਣਗੀਆਂ। ਇਹ ਭੁੱਲ ਜਾਂਦੇ ਆ। ਸਾਡੀ ਜੇ ਅਸੀਂ ਟ੍ਰੀਟਮੈਂਟ ਇਹਨਾਂ ਦੀ ਇੱਕ ਟ੍ਰੀਟਮੈਂਟ ਕੋਸ਼ਿਸ਼ ਕਰ ਰਹੇ ਹਾਂ, ਸਾਡਾ ਫਰਜ਼ ਬਣਦਾ ਕਿ ਅਸੀਂ ਇਹਨਾਂ ਨੂੰ ਯਾਦ ਕਰਾਈਏ ਇਹਨਾਂ ਦੇ ਵਿੱਚ ਚੰਗੀਆਂ ਚੀਜ਼ਾਂ ਕੀ ਆ ਫਲਾਣੇ। ਐਂਡ ਇਹਦਾ ਮਤਲਬ ਇਹ ਨਹੀਂ ਤੁਸੀਂ ਝੂਠ ਬੋਲਣਾ, ਨਹੀਂ, ਚੰਗੀਆਂ ਚੀਜ਼ਾਂ ਇਹਨਾਂ ਵਿੱਚ ਲੱਭਣ ਦੀ ਕੋਸ਼ਿਸ਼ ਕਰੋ। ਫੋਰ ਐਗਜ਼ਾਮਪਲ ਮੇਬੀ ਤੁਸੀਂ ਉਹਨਾਂ ਨੂੰ ਫੋਨ ਕੀਤਾ ਹੋਊਗਾ ਐਂਡ ਇਹਨਾਂ ਨੇ ਤੁਹਾਡੀ ਮਦਦ ਕੀਤੀ ਹੋਊਗੀ ਕਿਤੇ, ਤਾਂ ਤੁਸੀਂ ਉਹ ਚੀਜ਼ਾਂ ਯਾਦ ਕਰਾ ਸਕਦੇ ਹੋ। ਸੋ ਬੇਸਿਕਲੀ ਸ਼ੇਮ ਦਾ ਮਤਲਬ ਆ ਅਸੀਂ ਇਹਨਾਂ 'ਤੇ ਮਾਨਸਿਕ ਅਟੈਕ ਨਹੀਂ ਕਰਨਾ, ਅਸੀਂ ਇਹਨਾਂ ਨੂੰ ਬਿਹੇਵੀਅਰ, ਅਸੀਂ ਇਹਨਾਂ ਨੂੰ ਵਿਵਹਾਰ ਪ੍ਰਤੀ ਜ਼ਿੰਮੇਵਾਰੀ ਸਿਖਾਉਣੀ ਆ। ਇਹ ਫੋਰ ਐਗਜ਼ਾਮਪਲ ਮੈਂ ਆਮ ਇੱਕ ਕਾਮਨ ਐਗਜ਼ਾਮਪਲ ਦਿੰਦੀ ਹੁੰਦੀ ਹਾਂ ਕਿ ਇੱਕ ਬੱਚਾ ਵਾ, ਦੋ ਬੱਚੇ ਆ, ਦੋਨਾਂ ਬੱਚਿਆਂ ਨੇ ਚੀਜ਼ ਕੋਈ ਦੁੱਧ ਡੋਲਤਾ ਐਂਡ ਇੱਕ ਦੀ ਮਾਂ ਕਹਿੰਦੀ ਆ ਕਿ ਤੂੰ ਹਮੇਸ਼ਾ ਹੀ ਬੁਰਾ, ਤੂੰ ਕਦੇ ਕੋਈ ਚੱਜ ਦਾ ਕੰਮ ਨਾ ਕਰਿਆ ਕਰ, ਤੇ ਤੇਰੇ ਤੋਂ ਕੋਈ ਚੱਜ ਦੇ ਕੰਮ ਦੀ ਉਮੀਦ ਹੀ ਨਹੀਂ, ਤੂੰ ਹਮੇਸ਼ਾ ਮੇਰੇ ਲਈ ਖਲਾਰਾ ਬਣਾਇਆ ਕਰ, ਹੁਣ ਇਹਨੂੰ ਮੈਨੂੰ ਸਾਰਾ ਕਲੀਨ ਕਰਨਾ ਪੈਣਾ। ਇਹ ਹੈਗਾ ਬੱਚਾ, ਚਾਈਲਡ ਏ। ਦੂਸਰਾ ਜਿਹੜਾ ਬੱਚਾ ਉਹਦੀ ਮਦਰ ਕਹਿੰਦੀ ਆ ਕਿ ਤੂੰ ਇਨਸਾਨ ਬਹੁਤ ਚੰਗਾ, ਤੂੰ ਬੱਚਾ ਬਹੁਤ ਚੰਗਾ, ਪਰ ਜਿਹੜਾ ਤੇਰਾ ਬਿਹੇਵੀਅਰ ਹੈ ਨਾ, ਲਾਪਰਵਾਹੀ ਹੋ ਜਾਂਦੀ ਆ। ਇਹ ਜਿਹੜਾ ਤੇਰਾ ਬਿਹੇਵੀਅਰ ਇਹ ਗਲਤ ਹੋਇਆ, ਤੂੰ ਬਹੁਤ ਚੰਗਾ ਵਾ, ਤੇਰਾ ਜਿਹੜਾ ਤੇਰੀ ਅੰਦਰ ਤੇ ਕੋਈ ਬੁਰਾਈ ਨਹੀਂ ਹੈਗੀ, ਪਰ ਜਿਹੜਾ ਤੂੰ ਬਿਹੇਵੀਅਰ, ਜਿਹੜਾ ਤੂੰ ਵਿਵਹਾਰ ਕੀਤਾ ਉਹ ਗਲਤ ਹੋਇਆ। ਤੁਹਾਨੂੰ ਕੀ ਲੱਗਦਾ ਕਿ ਕਿਹੜਾ ਬੱਚਾ ਛੇਤੀ ਜ਼ਿਆਦਾ ਕਲੀਨ ਅਪ ਕਰੂਗਾ? ਇਹ ਕਰੂਗਾ ਨਾ, ਬਿਕਾਜ਼ ਜਿਹਦੇ ਤੇ ਵਿਵਹਾਰ ਤੇ ਤੁਸੀਂ ਅਟੈਕ ਕੀਤਾ, ਜਿਹੜੇ ਤੇ ਬੱਚੇ ਨੂੰ ਤੁਸੀਂ ਬੁਰਾ ਬਣਾਤਾ, ਉਹ ਬੱਚੇ 'ਚ ਜਿਹੜੀ ਆਪਦੀ ਸੈਲਫ ਅਕਾਊਂਟੇਬਿਲਿਟੀ ਘਟ ਜਾਂਦੀ ਆ, ਕਿਉਂਕਿ ਉਹ ਆਪਦੇ ਆਪ ਤੇ ਡਿਫੈਂਸ 'ਚ ਆ ਜਾਂਦਾ। ਜਿਹਨੂੰ ਤੁਸੀਂ ਕਹਤਾ ਕਿ ਤੂੰ ਬੁਰਾ, ਫਿਰ ਉਹ ਤਾਂ ਆਪਦੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰੂ, ਉਹ ਤੁਹਾਨੂੰ ਉੱਚੀ ਬੋਲੂਗਾ, ਉਹ ਤੁਹਾਨੂੰ ਇਮੋਸ਼ਨਲੀ ਅਬਿਊਜ਼ ਕਰ ਸਕਦਾ, ਉੱਚੀ ਬੋਲ ਸਕਦਾ, ਤੁਹਾਡੇ ਤੇ ਯੈਲ ਕਰ ਸਕਦਾ, ਤੁਹਾਡੇ ਤੇ ਗੁੱਸਾ ਕਰ ਸਕਦਾ, ਬਿਕਾਜ਼ ਹੁਣ ਤੁਸੀਂ ਉਹਦੇ ਤੇ ਅਟੈਕ ਕੀਤਾ। ਜਦੋਂ ਤੁਸੀਂ ਕਿਸੇ ਦੇ ਬਿਹੇਵੀਅਰ ਤੇ ਅਟੈਕ ਕਰਦੇ ਹੋ, ਲੋਕ ਡਿਫੈਂਸਿਵ ਨਹੀਂ ਹੁੰਦੇਗੇ, ਕਿਉਂਕਿ ਹੁਣ ਤੁਸੀਂ ਉਹਨਾਂ ਤੇ ਨਹੀਂ ਅਟੈਕ ਕੀਤਾ। ਜਦੋਂ ਤੁਸੀਂ ਇਹ ਚੀਜ਼ ਕਹਤੀ ਕਿ ਤੂੰ ਬੁਰਾ, ਤੇਰਾ ਨਿਕੰਮਾ, ਤੂੰ ਨਿਕੰਮਾ, ਤੈਨੂੰ ਨਹੀਂ ਅਕਲ ਹੈਗੀ, ਉਦੋਂ ਜਿਹੜੇ ਲੋਕ ਆ ਉਹ ਆਪਦੇ ਆਪ ਨੂੰ ਸੈਲਫ ਡਿਫੈਂਸ, ਆਪਦੇ ਆਪ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰਨਗੇ। ਪਰ ਜਦੋਂ ਤੁਸੀਂ ਇਹ ਕਹਤਾ ਤੂੰ ਇਨਸਾਨ ਚੰਗਾ ਵਾ, ਤੇਰੀ ਅੰਦਰ ਦੀ ਇੰਟੈਂਸ਼ਨ ਚੰਗੀ ਆ, ਪਰ ਜਿਹੜਾ ਤੂੰ ਵਿਵਹਾਰ ਕੀਤਾ ਉਹ ਗਲਤ ਆ, ਜਿਹੜਾ ਤੂੰ ਵਿਵਹਾਰ ਕੀਤਾ ਉਹਦਾ ਇੰਪੈਕਟ ਗਲਤ ਪਿਆ ਵਾ ਤੇਰੇ ਪਰਿਵਾਰ ਤੇ। ਅਸੀਂ ਤੇਰੇ ਤੋਂ ਦੁਖੀ ਨਹੀਂ ਹੋਏ, ਅਸੀਂ ਤੇਰੇ ਵਿਵਹਾਰ ਤੋਂ ਦੁਖੀ ਹੋਏ ਹਾਂ। ਤੁਸੀਂ ਦੇਖੋ ਕਿ ਦੋ ਗੱਲਾਂ ਦੇ ਵਿੱਚ ਕਿੰਨਾ ਇੱਕ ਚੀਜ਼ ਸ਼ਾਂਤੀ ਹੈ, ਕਿਉਂਕਿ ਵਿਵਹਾਰ ਨੂੰ ਤਾਂ ਅਸੀਂ ਸਹੀ ਕਰ ਸਕਦੇ ਹਾਂ। ਸੋ ਜੇ ਫੋਰ ਐਗਜ਼ਾਮਪਲ ਜਦੋਂ ਪਰਿਵਾਰ ਇਹਨਾਂ ਨਾਲ ਗੱਲ ਕਰ ਰਿਹਾ, ਤੁਸੀਂ ਇਹ ਕਹਿਣਾ ਕਿ ਤੂੰ ਸਾਨੂੰ ਦੁੱਖ ਨਹੀਂ ਦੇ ਰਿਹਾ, ਤੇਰਾ ਵਿਵਹਾਰ ਸਾਨੂੰ ਦੁੱਖ ਦੇ ਰਿਹਾ ਵਾ, ਤੂੰ ਸਾਡੇ ਲਈ ਚੰਗਾ ਕਰਨ ਦੀ ਕੋਸ਼ਿਸ਼ ਕਰ ਰਿਹਾ ਵਾ, ਪਰ ਜਿਹੜਾ ਤੇਰਾ ਵਿਵਹਾਰ ਆ ਉਹ ਸਾਡੀ ਜ਼ਿੰਦਗੀ ਦੇ ਵਿੱਚ ਪ੍ਰੋਬਲਮਾਂ ਪਾਉਂਦਾ, ਉਹ ਸਾਡੀ ਜਿਹੜੀ ਲਾਈਫ ਆ, ਜਿਹੜੀ ਫੈਮਿਲੀ ਆ, ਉਹਨੂੰ ਡਿਸਟਰਕਟਿਵ ਬਣਾਉਂਦਾ, ਡਿਸਫੰਕਸ਼ਨ ਬਣਾਉਂਦਾ ਵਾ। ਜਦੋਂ ਤੁਸੀਂ ਇਹਨਾਂ ਨਾਲ ਇੱਕ ਗਿਲਟ ਬੇਸ 'ਤੇ ਗੱਲ ਕਰੋਗੇ, ਇੱਕ ਸ਼ੇਮ ਬੇਸ 'ਤੇ ਨਹੀਂ, ਇਹਨਾਂ 'ਤੇ ਇੱਕ ਮਾਨਸਿਕ ਅਟੈਕ ਨਹੀਂ ਹੋਣਾ ਚਾਹੀਦਾ। ਇਹਨਾਂ ਦੇ ਬਿਹੇਵੀਅਰ 'ਤੇ ਅਟੈਕ ਕਰੋ, ਇਹਨਾਂ ਦੇ ਵਿਵਹਾਰ 'ਤੇ ਅਟੈਕ ਕਰੋ। ਫੋਰ ਐਗਜ਼ਾਮਪਲ ਜੇ ਉਹਨਾਂ ਨੇ ਡਰਿੰਕ ਕੀਤੀ ਹੈ ਜ਼ਿਆਦਾ, ਜਾਂ ਉਹਨਾਂ ਨੇ ਆਪਦੇ ਆਪ 'ਚ ਸਬਸਟੈਂਸ ਯੂਜ਼ ਜ਼ਿਆਦਾ ਕੀਤਾ ਵਾ, ਜਾਂ ਜ਼ਿਆਦਾ ਐਡਿਕਸ਼ਨ ਕੀਤੀ, ਤੁਸੀਂ ਕਹਿ ਸਕਦੇ ਹੋ ਉਹ ਤੇਰਾ ਵਿਵਹਾਰ ਗਲਤ ਸੀ, ਉਹ ਤੇਰੇ ਵਿਵਹਾਰ ਨੇ ਘਰ ਦੇ ਵਿੱਚ ਡਿਸਫੰਕਸ਼ਨ ਕੀਤੀ,
ਤੂੰ ਨਹੀਂ ਕੀਤੀ, ਪਰ ਤੇਰੇ ਵਿਵਹਾਰ ਨੇ। ਸੋ ਜਦੋਂ ਤੁਸੀਂ ਇੱਕ ਵਿਵਹਾਰ 'ਤੇ ਪਾਉਣ ਲੱਗ ਜਾਂਦੇ ਹੋ, ਉਹ ਆਪਦੇ ਆਪ 'ਚ ਇੱਕ ਸੇਫ ਮਹਿਸੂਸ ਕਰਨ ਲੱਗ ਜਾਂਦੇ ਹੋ। ਮੋਸਟ ਐਂਡ ਸੈਕਿੰਡ ਵਾਲ, ਅਸੀਂ ਜਦੋਂ ਇਹਨਾਂ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜਦੋਂ ਅਸੀਂ ਆਪਣੇ ਬੱਚਿਆਂ ਨਾਲ ਵੀ ਕਰਦੇ ਹਾਂ, ਸਭ ਤੋਂ ਪਹਿਲਾਂ ਰਿਸ਼ਤਾ ਬਣਾਓ, ਉਸ ਤੋਂ ਬਾਅਦ ਕਿਸੇ ਨੂੰ ਐਡਵਾਈਸ ਜਾਂ ਕਿਸੇ ਨੂੰ ਤੁਸੀਂ ਕਰੈਕਟ ਕਰ ਸਕਦੇ ਹੋ। ਪਰ ਅਸੀਂ ਰਿਸ਼ਤਾ ਬਣਾਏ ਬਿਨਾਂ ਕਿਸੇ ਨੂੰ ਐਡਵਾਈਸ ਦਿੰਦੇ ਹਾਂ ਜਾਂ ਕਿਸੇ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਹਿਲਾਂ ਤੁਹਾਡਾ ਮਾਨਸਿਕ ਰਿਸ਼ਤਾ ਹੋਵੇ। ਸੋ ਮਾਨਸਿਕ ਮਨ ਜੁੜਿਆ ਹੋਵੇ। ਫੋਰ ਐਗਜ਼ਾਮਪਲ, ਜਦੋਂ ਤੁਸੀਂ ਇਹਨਾਂ ਲੋਕਾਂ ਕੋਲੇ ਬਹਿੰਦੇ ਹੋ, ਜੇ ਤੁਸੀਂ ਪਰਿਵਾਰ ਹੋ, ਤਾਂ ਇਹਨਾਂ ਨੂੰ ਇਹ ਪੁੱਛਣਾ ਕਿ ਮੈਨੂੰ ਦੱਸ, ਤੈਨੂੰ ਅੰਦਰ ਹੋਰ ਕੀ ਚੀਜ਼ਾਂ ਬਾਦਰ ਕਰਦੀਆਂ, ਤੇਰਾ ਦਿਨ ਕਿਵੇਂ ਸੀ, ਤੇਰੇ ਲਈ ਅੱਜ ਸੁੱਖ ਸੀ ਕਿ ਔਖਾ ਸੀਗਾ, ਸਾਡੇ ਕਿਹੜੇ ਐਕਸ਼ਨ ਆ ਜਿਹੜੇ ਤੈਨੂੰ ਦੁਖੀ ਲੱਗੇ। ਆਪਦਾ ਸਿੰਪਲ ਦਿਨ, ਨਿੱਕੀਆਂ ਨਿੱਕੀਆਂ ਗੱਲਾਂ ਤੋਂ ਪਹਿਲਾਂ ਇਹਨਾਂ ਦੇ ਮਾਨਸਿਕ ਦੇ ਨਾਲ ਜੁੜਨਾ ਸਿੱਖੋ। ਜਦੋਂ ਇਹਨਾਂ ਲੋਕਾਂ ਨੂੰ ਵੀ ਕਿਸੇ ਰਿਸ਼ਤੇ ਤੋਂ ਵਾਂਝੇ ਹੁੰਦੇ ਆ, ਇਹ ਪਿਆਰ ਦੇ ਇਹਨਾਂ ਨੂੰ ਅੰਦਰੋਂ ਆਪਦੇ ਆਪ 'ਚ ਪਿਆਰ ਨਹੀਂ ਮਹਿਸੂਸ ਹੁੰਦਾ, ਇਕੱਲਾਪਣ ਹੁੰਦਾ। ਮੋਸਟ ਸਾਰੇ ਲੋਕੀ ਜਿਹੜੇ ਐਡਿਕਸ਼ਨ ਦੇ ਵਿੱਚ ਆ, ਜਿਹੜੇ ਇਸ ਨਸ਼ੇ ਦੇ ਵਿੱਚ ਹੁੰਦੇ, ਉਹ ਆਪਦੇ ਆਪ ਨੂੰ ਅੰਦਰੋਂ ਇਕੱਲਾਪਣ ਮਹਿਸੂਸ ਕਰਦੇ। ਐਂਡ ਇਕੱਲਾਪਣ ਅਸੀਂ ਕਦੋਂ ਮਹਿਸੂਸ ਕਰਦੇ? ਇਕੱਲਾਪਣ ਅਸੀਂ ਉਦੋਂ ਹੀ ਮਹਿਸੂਸ ਕਰਦੇ ਹਾਂ ਜਦੋਂ ਸਾਡੇ ਮਨ ਦੇ ਨਾਲ ਨਾ ਕੋਈ ਹੋਵੇ। ਸਰੀਰ ਦੇ ਨਾਲ ਨਹੀਂ, ਸਰੀਰ ਨੇ ਤਾਂ ਘਰ ਦੇ ਵਿੱਚ ਅਸੀਂ 4-5 ਜਣੇ ਰਹਿ ਸਕਦੇ ਹਾਂ, ਪਰ ਮਨ ਦੇ ਨਾਲ ਨਹੀਂ, ਸਾਡੀ ਮਾਨਸਿਕਤਾ ਨੂੰ ਨਹੀਂ ਕੋਈ ਸਮਝ ਰਿਹਾ ਗਾ, ਸਾਡੇ ਦਰਦ ਨੂੰ ਕੋਈ ਸਮਝ ਨਹੀਂ ਰਿਹਾ, ਸਾਨੂੰ ਜੋ ਅਸੀਂ ਮਹਿਸੂਸ ਕਰਦੇ ਹਾਂ। ਇਹ ਬੜਾ ਜ਼ਰੂਰੀ ਆ ਕਿ ਫੋਰ ਐਗਜ਼ਾਮਪਲ, ਜਦੋਂ ਤੁਸੀਂ ਲੈਸੇ ਤੁਹਾਡੀ ਘਰ ਦੇ ਵਿੱਚ ਤੁਹਾਨੂੰ ਕਿਸੇ ਨੇ ਕੁਛ ਕਿਹਾ ਜਾਂ ਘਰ ਦੇ ਵਿੱਚ ਤੁਹਾਡੀ ਫਾਈਟ ਹੋਈ ਜਾਂ ਤੁਸੀਂ ਬਹੁਤ ਇਨਸਿਕਿਉਰ ਜਾਂ ਕੋਈ ਵੀ ਤੁਹਾਡੇ ਅੰਦਰ ਭਾਵਨਾ ਆ ਰਹੀ ਹੈ, ਤੁਸੀਂ ਆਪਣੇ ਫਰੈਂਡ ਨੂੰ ਫੋਨ ਕਰਦੇ ਹੋ ਅਤੇ ਉਹ ਕਹਿੰਦੀ ਇਹ ਤਾਂ ਬਹੁਤ ਬਾਲਾ ਐਡਾ ਵੱਡਾ ਤਾਂ ਕੋਈ ਗੱਲ ਹੈ ਨਹੀਂ, ਕਿ ਬਾਹਰ ਦੀ ਦੁਨੀਆ ਤਾਂ ਇਸ ਕੋਵਿਡ ਤੋਂ ਕਿੰਨੀ ਸਿਚੁਏਸ਼ਨ ਪ੍ਰੋਬਲਮ ਆਈ ਵੀ ਆ, ਕਿੰਨੀ ਦੁਨੀਆ ਸਫਰ ਕਰ ਰਹੀ ਹੈ, ਅਤੇ ਤੂੰ ਆਪਣੇ ਦੁੱਖ ਲੈ ਕੇ ਬੈਠੀ ਹੈ, ਰਾਈਟ। ਸੋ ਜਦੋਂ ਅਸੀਂ ਕਿਸੇ ਦੇ ਦੁੱਖ ਨੂੰ ਦੁੱਖ ਨਹੀਂ ਸਮਝਦੇ, ਜਦੋਂ ਅਸੀਂ ਸੋਚਦੇ ਹਾਂ ਕਿ ਅਸੀਂ ਉਹਦੇ ਨਾਲ ਕਿਸੇ ਨੂੰ ਬੈਟਰ ਮਹਿਸੂਸ ਕਰਾਂਗੇ, ਨਹੀਂ, ਅਸੀਂ ਬੈਟਰ ਮਹਿਸੂਸ ਕਰਦੇ। ਫੋਰ ਐਗਜ਼ਾਮਪਲ, ਜੇ ਤੁਹਾਡੀ ਇੱਕ ਬਾਂਹ ਟੁੱਟ ਜਾਵੇ ਅਤੇ ਦੂਜਾ ਤੁਹਾਨੂੰ ਕਵੇ ਕਿ ਤੂੰ ਇਹ ਵੇਖ, ਤੇਰੀ ਦੂਸਰੀ ਬਾਂਹ ਵੀ ਅਜੇ ਠੀਕ ਆ, ਫਲਾਣੇ ਦੀਆਂ ਤਾਂ ਦੋਨੇ ਬਾਹਾਂ ਟੁੱਟ ਗਈਆਂ ਸੀਗੀਆਂ, ਉਹ ਤੁਹਾਨੂੰ ਠੀਕ ਨਹੀਂ ਮਹਿਸੂਸ ਕਰਵਾਉਂਦੀਆਂ। ਤੁਸੀਂ ਕਹਿੰਦੇ ਆ ਕਿ ਜਦੋਂ ਮੈਂ ਪੀੜ 'ਚ ਹੋਵਾਂ, ਮੇਰੀ ਪੀੜ ਨੂੰ ਕੋਈ ਸਮਝੇ ਕਿ ਮੈਂ ਪੀੜ ਦੇ ਵਿੱਚ ਆ, ਸਮਝੇ ਕਿ ਮੈਂ ਦਰਦ ਆ। ਇਹ ਨਾ ਮੈਨੂੰ ਦੱਸੇ ਕਿ ਦੂਸਰਾ ਤੇਰੇ ਤੋਂ ਕਿੰਨਾ ਜ਼ਿਆਦਾ ਦਰਦ 'ਚ ਆ, ਉਹ ਤਾਂ ਫਿਰ ਸਾਡੇ ਮਨ ਨਾਲ ਨਹੀਂ ਜੁੜਿਆ। ਸੋ ਇਹ ਬੜਾ ਜ਼ਰੂਰੀ ਹੈ ਕਿ ਜਦੋਂ ਇਹਨਾਂ ਲੋਕਾਂ ਨੂੰ ਤੁਸੀਂ ਉਹਨਾਂ ਦੀ ਤਕਲੀਫ ਪੁੱਛੋ ਜਾਂ ਆਪਦੇ ਆਪ ਨੂੰ ਸ਼ੇਅਰ ਕਰਨ, ਜਾਂ ਆਪਦੇ ਆਪ ਦੀਆਂ ਜਿਹੜੀਆਂ ਵਲਨਰੇਬਿਲਿਟੀ, ਆਪਦੇ ਦੁੱਖ ਸੁੱਖ ਸ਼ੇਅਰ ਕਰਨ, ਤੁਸੀਂ ਕਿਸੇ ਨਾਲ ਕੰਪੇਅਰ ਨਾ ਕਰੋ, ਪਰ ਇਹਨਾਂ ਦੇ ਦਰਦ ਨੂੰ ਮਹਿਸੂਸ ਕਰ ਸਕੋ। ਠੀਕ ਹੈ, ਤੇਰੀ ਇੱਕ ਬਾਂਹ ਟੁੱਟੀ ਆ, ਹੋ ਸਕਦੀਆਂ ਬਾਹਰ ਕਿਸੇ ਦੀਆਂ 2 ਟੁੱਟੀਆਂ ਹੋਣ, ਪਰ ਦੈਟਸ ਓਕੇ, ਉਹ ਉਹਨਾਂ ਦਾ ਦਰਦ ਆ, ਉਹਨਾਂ ਨੂੰ ਅੱਡ ਆਪਾਂ ਸਮਝ ਸਕਦੇ ਹਾਂ, ਪਰ ਤੇਰੀ ਇੱਕ ਬਾਂਹ ਟੁੱਟੀ ਆ ਐਂਡ ਅਸੀਂ ਸਮਝ ਸਕਦੇ ਹਾਂ ਕਿ ਤੈਨੂੰ ਵੀ ਦਰਦ ਹੋ ਰਿਹਾ। ਅਸੀਂ ਸਾਰੇ ਜਦੋਂ ਅਸੀਂ ਇੱਕ ਦੂਜੇ ਨਾਲ ਲੜਦੇ ਵੀ ਹਾਂ, ਇੱਕ ਪਾਰਟਨਰਸ਼ਿਪ ਦੇ ਵਿੱਚ ਵੀ ਅਸੀਂ ਲੜਦੇ ਹਾਂ, ਜਾਂ ਅਸੀਂ ਬੱਚਿਆਂ ਨਾਲ ਵੀ ਲੜਦੇ ਹਾਂ, ਜਾਂ ਅਸੀਂ ਘਰ ਦੇ ਵਿੱਚ ਵੀ ਲੜਦੇ ਹਾਂ, ਜਾਂ ਤੁਸੀਂ ਆਮ ਦੇਖਿਆ ਕਿ ਜਦੋਂ ਲੋਕੀ ਆਰਗਿਊ ਇੱਕ ਦੂਜੇ ਨਾਲ ਕਈ ਵਾਰ ਕਰਦੇ ਆ, ਤੇ ਉਹ ਕੀ ਕਹਿ ਰਹੇ ਹੁੰਦੇ? ਮੈਨੂੰ ਸੁਣ, ਮੈਨੂੰ ਸਮਝ ਕਿ ਜਿਹੜਾ ਚੀਜ਼ ਮੈਂ ਕਹਿ ਰਿਹਾ ਵਾਂ ਉਹ ਇੱਕ ਵੈਲਿਊਬਲ ਚੀਜ਼ ਆ। ਐਂਡ ਅਸੀਂ ਸਿੰਪਲੀ ਇਗਨੋਰ, ਨਹੀਂ, ਜਿਹੜਾ ਤੂੰ ਕਹਿ ਰਿਹਾ ਉਹਦੇ ਵਿੱਚ ਨਹੀਂ ਵੈਲਿਊ ਹੈਗੀ, ਨਹੀਂ ਉਹਦੇ। ਐਂਡ ਇਸੇ ਕਰਕੇ ਲੋਕੀ ਆਰਗੂਮੈਂਟ ਦੇ ਵਿੱਚ ਪੈਂਦੇ ਨਾ। ਪਰ ਜਦੋਂ ਅਸੀਂ ਕਿਸੇ ਨੂੰ ਇਸ ਦੱਸ ਲਈਏ ਕਿ ਤੇਰਾ ਦੁੱਖ ਜਿਸ ਥਾਂ 'ਤੇ ਤੂੰ ਖੜਿਆ ਉਹ ਜਾਇਜ਼ ਆ, ਜਿੱਥੇ ਤੂੰ ਜੋ ਮਹਿਸੂਸ ਕਰ ਰਿਹਾ, ਸ਼ਾਇਦ ਉਹ ਮੈਨੂੰ ਸਮਝ ਨਹੀਂ ਆ ਰਿਹਾ, ਸ਼ਾਇਦ ਸਾਡੇ ਆਲੇ ਦੁਆਲੇ ਨੂੰ ਸਮਝ ਨਹੀਂ ਆ ਰਿਹਾ, ਪਰ ਜਿੱਥੇ ਤੂੰ ਖੜਿਆ, ਜਿਹੜਾ ਤੇਰੇ ਦੁੱਖ ਦੇ ਵਿੱਚ ਜੂਝ ਰਿਹਾ, ਉਹ ਤੇਰੇ ਆਪ ਦੇ ਵਿੱਚ ਹੈ ਵੱਡਾ ਦੁੱਖ, ਤੇ ਤੇਰੀ ਮਾਨਸਿਕਤਾ ਦੇ ਹਿਸਾਬ ਨਾਲ ਉਹ ਦੁੱਖ ਵੱਡਾ ਵਾ ਹੋਊਗਾ। ਕਿ ਜਦੋਂ ਤੁਸੀਂ ਆਪਣੇ ਬੱਚੇ ਨੂੰ ਵੀ ਇਹ ਕਹਿਣ ਲੱਗ ਜਾਓਗੇ ਨਾ, ਜਦੋਂ ਉਹ ਵੀ ਦੁੱਖ ਦੇ ਵਿੱਚ ਆ, ਤੇ ਤੁਸੀਂ ਇਹ ਚੀਜ਼ਾਂ ਕਹਿਣ ਲੱਗ ਜਾਓਗੇ, ਅਸੀਂ ਮਹਿਸੂਸ ਕਰਦੇ ਹਾਂ ਕਿ ਸਾਨੂੰ ਕੁਝ ਦੇਖ ਰਿਹਾ ਵਾ, ਸਾਨੂੰ ਕੋਈ ਸੁਣ ਰਿਹਾ ਵਾ, ਅਸੀਂ ਕਿਸੇ ਲਈ ਮੈਟਰ ਹਾਂ, ਕਿਸੇ ਲਈ ਵਿਜ਼ੀਬਲ, ਕਿਉਂਕਿ ਸਾਡੀ ਸਾਰੀ ਹੀ ਭੁੱਖ ਇਸੇ ਚੀਜ਼ 'ਤੇ ਆ ਕਿ ਸਾਨੂੰ ਕੋਈ ਸੁਣ ਰਿਹਾ ਵਾ, ਕਿ ਸਾਨੂੰ ਕੋਈ ਦੇਖ ਰਿਹਾ ਵਾ, ਕਿ ਕਿਸੇ ਲਈ ਅਸੀਂ ਵਿਜ਼ੀਬਲ ਹੈ। ਕਿਉਂਕਿ ਜੇ ਫੋਰ ਐਗਜ਼ਾਮਪਲ ਤੁਹਾਡੇ ਕੋਲ ਕੋਈ ਤੁਹਾਡਾ ਬੱਚਾ ਰੋਂਦਾ ਜਾਂ ਕੋਈ ਵੀ ਰੋਂਦਾ ਆਇਆ, ਤਾਂ ਤੁਸੀਂ ਕਹਿ ਤਾਂ ਨਹੀਂ, ਇਹ ਕੋਈ ਰੋਣ ਵਾਲੀ ਗੱਲ ਤਾਂ ਹੈ ਨਹੀਂ, ਜਿਹਦੇ ਪਿੱਛੇ ਤੂੰ ਰੋਈ ਜਾਂਦਾ, ਤੇ ਤਾਂ ਮੈਨੂੰ ਤਾਂ ਕੋਈ ਸੈਂਸ ਨਹੀਂ ਬਣਦੀ। ਕਿ ਤੁਹਾਨੂੰ ਲੱਗਦਾ ਕਿ ਤੁਸੀਂ ਉਸ ਬੱਚੇ ਨੂੰ ਜਾਂ ਉਸ ਇਨਸਾਨ ਨੂੰ ਦੇਖਿਆ ਜਾਂ ਸੁਣਿਆ? ਨਹੀਂ। ਵੀ ਐਂਡ ਉਹਦੀ ਸਾਰੀ ਹੰਗਰੀ ਇਹ ਸੀਗੀ ਕਿ ਮੇਰਾ ਦੁੱਖ, ਮੈਂ ਨਹੀਂ ਸੀ ਕਹਿ ਰਿਹਾ ਕਿ ਮੇਰਾ ਦੁੱਖ ਪਾਸੇ ਕਰ ਦੇ, ਮੈਂ ਕਹਿ ਰਿਹਾ ਸੀ ਕਿ ਮੇਰਾ ਦੁੱਖ ਤੈਨੂੰ ਮਹਿਸੂਸ ਹੋ ਰਿਹਾ ਵਾ, ਕਿ ਮੈਂ ਇਸ ਦੁੱਖ, ਤੂੰ ਮਹਿਸੂਸ ਕਰ ਸਕਦਾ ਵੀ ਇਹ ਦੁੱਖ ਮੇਰੇ ਲਈ ਕਿੱਡਾ ਵੱਡਾ ਹੋ ਸਕਦਾ ਵਾ। ਸੋ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਇਹਨਾਂ ਲੋਕਾਂ ਨੂੰ ਸੁਣੀਏ। ਦੁੱਖ, ਜਿਵੇਂ ਮੈਂ ਇੱਕ ਫੇਸਬੁੱਕ 'ਤੇ ਵੀ ਪਾਈ ਸੀ ਸੇਇੰਗ, ਅਸੀਂ ਦੁੱਖ ਮਿਟਾ ਨਹੀਂ ਸਕਦੇ, ਇਹ ਪਾਵਰ ਸਾਡੇ 'ਚ ਨਹੀਂ। ਐਜ਼ ਅ ਕਾਉਂਸਲਰ ਅਸੀਂ ਵੀ ਦੁੱਖ ਨਹੀਂ ਕਿਸੇ ਦੇ ਮਿਟਾਉਂਦੇ। ਮੇਰੇ ਕੋਲ ਕਈ ਲੋਕ ਆਉਂਦੇ ਜਿਹੜੇ ਰਿਲੇਸ਼ਨਸ਼ਿਪ ਦੇ ਵਿੱਚ ਕੌਨਫਲਿਕਟ ਆ, ਉਹਨਾਂ ਦੇ ਰਿਸ਼ਤਿਆਂ ਦੇ ਵਿੱਚ ਕੌਨਫਲਿਕਟ ਆ, ਐਂਡ
ਅਸੀਂ ਕਿਸੇ ਦੀ ਕੋਈ ਗਾਰੰਟੀ ਨਹੀਂ ਲੈਂਦੇ ਕਿ ਅਸੀਂ ਦੁੱਖ ਨਹੀਂ ਮਿਟਾ ਸਕਦੇ। ਦੁੱਖ ਵੰਡਾਉਣ ਨਾਲ ਹੀ ਦੁੱਖ ਮਿਟ ਜਾਂਦਾ ਵਾ। ਜੇ ਤੁਸੀਂ ਕਦੇ ਵੀ ਵੇਖੋ ਦੁੱਖ, ਜਦੋਂ ਤੁਸੀਂ ਦੁੱਖ ਵੰਡਾਉਣ ਲੱਗ ਜਾਂਦੇ ਨਾ, ਉਦੋਂ ਦੁੱਖ ਆਪਦੇ ਆਪ ਹੌਲੀ ਹੌਲੀ ਮਿਟਣ ਲੱਗ ਜਾਂਦਾ। ਪਰ ਇਹ ਜ਼ਰੂਰ ਮਾਨਸਿਕਤਾ ਦੇ ਵਿੱਚ ਲੈ ਕੇ ਚੱਲੋ ਕਿ ਮੈਂ ਕਿਸੇ ਦਾ ਦੁੱਖ ਸੁਣਨਾ ਹੈ, ਸਪੈਸ਼ਲੀ ਇਹਨਾਂ ਲੋਕਾਂ ਦਾ ਜਿਨ੍ਹਾਂ ਦੀ ਮਾਨਸਿਕਤਾ ਬਹੁਤ ਪ੍ਰਭਾਵਿਤ ਹੋਈ ਹੁੰਦੀ ਆ। ਕਿਉਂਕਿ ਇਹ ਲੋਕ ਐਡਿਕਸ਼ਨਸ ਕਿਉਂ ਕਰਦੇ? ਕਿਉਂਕਿ ਮਾਨਸਿਕ ਦੁੱਖ ਨਹੀਂ ਕਿਸੇ ਨੇ ਸੁਣਿਆ ਹੁੰਦਾ ਗਾ, ਐਂਡ ਫਿਰ ਇਹ ਸੁਣਾਉਣੋਂ ਹੀ ਹਟ ਜਾਂਦੇ ਆ, ਫਿਰ ਇਹ ਬੰਦ ਹੋ ਜਾਂਦੇ ਆ, ਆਪਦੇ ਦਰਵਾਜ਼ੇ ਬੰਦ ਕਰ ਦਿੰਦੇ ਦਿਲ ਦੇ ਕਿ ਮੈਂ ਨਹੀਂ ਸੁਣਾਉਣਾ, ਕਿਉਂਕਿ ਕਿਸੇ ਨੇ ਸੁਣਨਾ ਹੀ ਨਹੀਂ, ਕੋਈ ਇੰਟਰਸਟਿਡ ਹੀ ਨਹੀਂ ਹੈਗਾ ਮੇਰੇ ਦੁੱਖ ਸੁਣਨ ਦੇ ਵਿੱਚ। ਸੋ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਸ਼ੇਮ ਚੋਂ ਨਿਕਲ ਕੇ ਇੱਕ ਗਿਲਟ ਇਹਦੇ ਵਿਵਹਾਰ 'ਤੇ ਅਟੈਂਸ਼ਨ ਦਈਏ, ਪਰ ਕਿਸੇ ਨੂੰ ਮਾਨਸਿਕ ਅਟੈਕ ਨਾ ਕਰੀਏ। ਇਹ ਕਹਿਣ ਦੀ ਬਜਾਏ ਕਿ ਤੂੰ ਬੁਰਾ, ਇਹ ਕਹੋ ਤੇਰਾ ਬਿਹੇਵੀਅਰ ਨੇ ਸਾਨੂੰ ਪ੍ਰੋਬਲਮ ਦਿੱਤੀ ਆ, ਤੇਰੇ ਬਿਹੇਵੀਅਰ ਨੇ ਸਾਡੇ ਪਰਿਵਾਰ ਦੇ ਵਿੱਚ ਡਿਸਫੰਕਸ਼ਨਲ ਜਾਂ ਡਿਸਟਰਕਟਿਵ ਚੀਜ਼ਾਂ ਕ੍ਰੀਏਟ ਕੀਤੀਆਂ ਵਾ। ਦੂਸਰਾ, ਦੁੱਖ ਸੁਣਨਾ ਐਂਡ ਜਦੋਂ ਤੁਸੀਂ ਇਹਨਾਂ ਲੋਕਾਂ ਨੂੰ ਮਿਲਦੇ ਆ, ਜੇ ਤੁਸੀਂ ਇਹ ਸੋਚ ਕੇ ਇਹਨਾਂ ਨਾਲ ਗੱਲ ਕਰੋ ਕਿ ਇਹ ਦੁਖੀ ਆ, ਇਹ ਬੁਰੇ ਇਨਸਾਨ ਨਹੀਂ, ਇਹ ਦੁਖੀ ਆ, ਐਂਡ ਜਦੋਂ ਅਸੀਂ ਇਹ ਸੋਚਾਂਗੇ ਕਿ ਇਹ ਦੁਖੀ ਆ, ਫਿਰ ਸ਼ਾਇਦ ਅਸੀਂ ਇਹਨਾਂ ਦੇ ਦੁੱਖ 'ਚ ਵੀ ਇੰਟਰਸਟਿਡ ਹੋਵਾਂਗੇ ਕਿ ਹੋ ਸਕਦਾ ਕਿਹੜੀਆਂ ਚੀਜ਼ਾਂ ਤੋਂ ਦੁਖੀ ਆ ਅਸੀਂ, ਐਂਡ ਵਿਦਆਊਟ ਉਹਨਾਂ ਦਾ ਦੁੱਖ ਵੱਡਾ ਬਣਾਇਆ ਜਾਂ ਛੋਟਾ ਬਣਾਇਆ, ਜਿੰਨਾ ਕਿ ਉਹ ਦੱਸਣ। ਜੇ ਉਹ ਕਹਿਣ ਕਿ ਮੇਰੇ ਜੱਗ ਦੇ ਵਿੱਚ 2 ਹੀ ਗਲਾਸ ਆ ਪਾਣੀ ਦੇ, ਤੇ ਤੁਸੀਂ 2 ਹੀ ਗਲਾਸ ਸਮਝਣੇ, ਤੁਸੀਂ ਨਹੀਂ ਸਮਝਣੇ ਉਹਦੇ ਵਿੱਚ 3 ਆ ਜਾਂ ਤੁਪਕਾ ਹੀ ਆ। ਨੋ, ਜਿੰਨਾ ਦੁੱਖ ਤੁਸੀਂ ਇਹਨਾਂ ਨੇ ਦੱਸਿਆ, ਤੁਸੀਂ ਉਨਾ ਹੀ ਦੁੱਖ ਕੰਟੇਨ ਕਰਨਾ। ਜੇ ਇਹਨਾਂ ਨੇ ਕਿਹਾ ਮੇਰੀ ਇੱਕ ਬਾਂਹ ਵਾ ਤੇ ਮੇਰਾ ਇੰਨਾ ਦੁਖਦਾ, ਨਾ ਤਾਂ ਤੁਸੀਂ ਉਸ ਦੁੱਖ ਨੂੰ ਵਧਾਉਣਾ ਵਾ ਤੇ ਨਾ ਤੁਸੀਂ ਉਸ ਦੁੱਖ ਨੂੰ ਘਟਾਉਣਾ। ਜਿੰਨੇ ਕੰਟੇਨਰ ਦੇ ਵਿੱਚ ਜਿਹੜਾ ਤੁਹਾਨੂੰ ਦੁੱਖ ਪਾ ਕੇ ਦਿੰਦੇ, ਤੁਸੀਂ ਉਨਾ ਹੀ ਐਕਸੈਪਟ ਕਰਨਾ, ਬਿਕਾਜ਼ ਮੋਸਟ ਆਫ ਦਾ ਟਾਈਮ ਆਹੀ ਸਾਡੀ ਪ੍ਰੋਬਲਮ ਆਉਂਦੀ ਰਿਸ਼ਤਿਆਂ ਦੇ ਵਿੱਚ ਜੁੜਨ ਦੀ। ਜਾਂ ਤਾਂ ਅਸੀਂ ਕਿਸੇ ਦਾ ਦੁੱਖ ਘਟਾਉਣ ਦੀ ਕੋਸ਼ਿਸ਼ ਕਰਦੇ ਹਾਂ, ਜਾਂ ਅਸੀਂ ਕਿਸੇ ਦਾ ਦੁੱਖ ਵਧਾਉਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਜਿੰਨਾ ਕਿਸੇ ਨੇ ਦੁੱਖ ਦੱਸਿਆ, ਜਿੰਨੇ ਜੱਗ ਦੇ ਵਿੱਚ ਜਿੰਨਾ ਕੁ ਸਾਨੂੰ ਪਾਣੀ ਪਾ ਕੇ ਦਿੱਤਾ, ਅਸੀਂ ਉਨਾ ਹੀ ਐਕਸੈਪਟ ਕਰਨਾ ਵਾ। ਸੋ ਰਿਸ਼ਤਾ ਪਹਿਲਾਂ ਤੇ ਕਰੈਕਸ਼ਨ ਬਾਅਦ। ਪਹਿਲਾਂ ਮਾਨਸਿਕ ਰਿਸ਼ਤਾ ਜੋੜੋ। ਜੇ ਕੋਈ ਤੁਸੀਂ ਰਿਸ਼ਤੇਦਾਰ ਵੀ ਇਹਨਾਂ ਦੀ ਮਦਦ ਕਰ ਦਿੰਦੇ, ਆਮ ਕਈ ਵਾਰ ਕਲਾਇੰਟ ਜਾਂ ਕੋਈ ਮੈਨੂੰ ਪੁੱਛਦੇ ਆ ਕਿ ਇਹਨਾਂ ਨੂੰ ਐਡਿਕਸ਼ਨ ਦੀ ਪ੍ਰੋਬਲਮ ਆ, ਤੁਸੀਂ ਮਾੜੀ ਜੀ ਗੱਲ ਕਰ ਲਓ, ਤੁਸੀਂ ਫੋਨ 'ਤੇ ਗੱਲ ਕਰ ਲਓ। ਨੋ, ਮੇਰੀ ਜਿਹੜੀ ਐਡਵਾਈਸ ਆ ਉਹ ਕਿਸੇ 'ਤੇ ਕੋਈ ਵਰਕ ਨਹੀਂ ਕਰਦੀ ਜਿੰਨਾ ਚਿਰ ਸਾਡਾ ਮਾਨਸਿਕ ਕਨੈਕਸ਼ਨ ਨਾ ਹੋਵੇ, ਜਿੰਨਾ ਚਿਰ ਉਹ ਲੋਕ ਮਾਨਸਿਕਤਾ 'ਤੇ ਨਾਲ ਜੁੜਨਾ ਹੋਣ। ਸੋ ਜੇ ਤੁਸੀਂ ਐਜ਼ ਅ ਪਰਿਵਾਰ ਦੇ ਮੈਂਬਰ ਹੋ, ਪਹਿਲਾਂ ਉਹਨਾਂ ਨਾਲ ਮਾਨਸਿਕ ਕਨੈਕਸ਼ਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰੋ, ਪਹਿਲਾਂ ਮਾਨਸਿਕ ਰਿਸ਼ਤਾ ਬਣਾਉਣ ਦੀ ਕੋਸ਼ਿਸ਼ ਕਰੋ, ਤਾਂ ਜੋ ਹੌਲੀ ਹੌਲੀ ਥੋੜ੍ਹੇ ਸਟੈਪ, ਬਿਕਾਜ਼ ਜਦੋਂ ਉਹਨਾਂ ਦਾ ਮਾਨਸਿਕ ਰਿਸ਼ਤਾ ਬਣ ਗਿਆ ਨਾ ਤੁਹਾਡੇ ਨਾਲ, ਉਹ ਇਕੱਲਾ ਘੱਟ ਮਹਿਸੂਸ ਕਰਨਗੇ, ਐਂਡ ਜਦੋਂ ਇਕੱਲਾ ਘੱਟ ਮਹਿਸੂਸ ਕਰਨਗੇ, ਉਹ ਨੈਚੁਰਲੀ ਜਿਹੜਾ ਉਹਨਾਂ ਦਾ ਐਡਿਕਸ਼ਨ ਆ ਉਹ ਘਟਣਾ ਸ਼ੁਰੂ ਹੋ ਜਾਊਗਾ। ਤੁਹਾਡਾ ਕੋਈ ਵੀ ਕੁਐਸਚਨ ਹੋਵੇ, ਤੁਸੀਂ ਕਮੈਂਟ ਸੈਕਸ਼ਨ ਦੇ ਥੱਲੇ ਪਾ ਸਕਦੇ ਹੋ। ਆਪਣੇ ਲਈ ਮਦਦ ਲਵੋ, ਪਰ ਇੱਕ ਫੈਮਲੀਜ਼ ਲਈ ਅੱਜ ਮੈਂ ਆਨਸਰ ਕਹਿਣਾ ਚਾਹੁੰਦੀ ਸੀਗੀ ਕਿ ਇੱਕ ਪਰਿਵਾਰ ਜਿਸ ਤਰੀਕੇ ਨਾਲ ਇਹਨਾਂ ਨੂੰ ਸ਼ੇਮ ਕਰਨ ਦੀ ਕੋਸ਼ਿਸ਼ ਕਰਦੇ ਆ, ਉਹ ਇੱਕ ਬਹੁਤ ਗਲਤ ਤਰੀਕਾ, ਐਂਡ ਉਹਦੇ ਨਾਲ ਸਭ ਤੋਂ ਵੱਧ, ਐਂਡ ਰੀਸਰਚ ਦੇ ਹਿਸਾਬ ਨਾਲ ਕਹਿ ਰਹੀ ਹਾਂ, ਇਕੱਲੀ ਮੈਂ ਨਹੀਂ ਕਹਿ ਰਹੀ, ਰੀਸਰਚ ਕਹਿ ਰਿਹਾ ਕਿ ਜਦੋਂ ਅਸੀਂ ਇਹਨਾਂ ਲੋਕਾਂ ਨੂੰ ਸ਼ੇਮ ਤੇ ਸ਼ਰਮ ਦੇ ਵਿੱਚ ਪਾਉਂਦੇ ਆ, ਇਹ ਐਡਿਕਸ਼ਨ ਦੇ ਵਿੱਚ ਉਦੋਂ ਜ਼ਿਆਦਾ ਡੂੰਘੇ ਡਿੱਗਦੇ ਆ, ਉਹਦੇ ਚੋਂ ਨਿਕਲਦੇ ਨਹੀਂਗੇ। ਸੋ ਜੇ ਸਾਨੂੰ ਕਈ ਵਾਰ ਲੱਗਦਾ ਹੋਵੇ ਨਾ ਕਿ ਇਹਦੇ ਕਰਨ ਨਾਲ ਠੀਕ ਆ, ਸ਼ਾਇਦ ਉਹ 2-4 ਦਿਨ ਛੱਡ ਦੇਣ, ਫਿਰ ਉਹ ਵਾਪਸ ਚਲੇ ਜਾਣ। ਸੋ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਉਹਨਾਂ ਨੂੰ ਸ਼ਰਮ ਦੇ ਬੇਸਡ 'ਤੇ ਅਸੀਂ ਉਹਨਾਂ ਨੂੰ ਹਟਾਈਏ ਨਾ, ਪਰ ਇੱਕ ਗਿਲਟ ਟੈਕਨੀਕ ਵਰਤੀਏ। ਮੈਂ ਰეკਮੈਂਡ ਕਰੂੰਗੀ ਕਿ ਜੇ ਤੁਸੀਂ ਇੱਕ ਪ੍ਰੋਫੈਸ਼ਨਲ ਕਾਉਂਸਲਰ ਨੂੰ ਮਿਲ ਕੇ ਇਹਨਾਂ ਨਾਲ ਵਰਕ ਕਰੋ ਤਾਂ ਉਦੋਂ ਵੀ ਬੈਟਰ ਹੋ ਸਕਦਾ ਵਾ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਕਲਾਸਿਸ ਦੇ ਰਾਹੀਂ ਅਸੀਂ ਵੱਧ ਤੋਂ ਵੱਧ ਜਾਣਕਾਰੀ, ਅਵੇਅਰਨੈਸ ਕ੍ਰੀਏਟ ਕਰ ਸਕੀਏ ਇਸ ਐਡਿਕਸ਼ਨ ਬਾਰੇ। ਸੋ ਜਦੋਂ ਵੀ ਤੁਸੀਂ ਇਹਨਾਂ ਲੋਕਾਂ ਨੂੰ ਮਿਲਦੇ ਹੋ, ਆਪਦੇ ਦਿਮਾਗ ਤੋਂ ਹੀ ਸੋਚਣਾ ਕਿ ਇਹ ਲੋਕ ਬੁਰੇ ਲੋਕੀ ਨਹੀਂ ਹੈਗੇ, ਇਹ ਲੋਕੀ ਦੁਖੀ ਲੋਕੀ ਆ, ਐਂਡ ਦੁਖੀ ਲੋਕਾਂ ਦੀ ਕਿਵੇਂ ਅਸੀਂ ਮਦਦ ਕਰ ਸਕਦੇ ਹਾਂ। ਜ਼ਰੂਰੀ ਨਹੀਂ ਤੁਸੀਂ ਉਹਨਾਂ ਦਾ ਇੱਕ ਦਿਨ 'ਚ ਹੀ ਨਸ਼ੇ ਵਾਲੀ ਪ੍ਰੋਬਲਮ ਨਹੀਂ, ਉਹਨਾਂ ਨੂੰ ਇਕੱਲੇਪਣ ਦੇ ਵਿੱਚ ਆ, ਐਂਡ ਕਨੈਕਸ਼ਨ ਦੇ ਦਿਓ, ਐਂਡ ਉਹਨਾਂ ਦੀਆਂ ਭਾਵਕ ਲੈਵਲ 'ਤੇ ਉਹਨਾਂ ਨੂੰ ਮਹਿਸੂਸ ਕਰਨ ਲੱਗ ਜਾਓ, ਐਂਡ ਇਹ ਬਿਮਾਰੀ ਆਪਾਂ ਹੌਲੀ ਹੌਲੀ ਖਤਮ ਕਰ ਸਕਦੇ ਹਾਂ। ਐਂਡ ਕਿਉਂਕਿ ਇਹਦੀ ਭੁੱਖ ਸਿਰਫ ਇਨਸਾਨ ਨਾਲ ਇਨਸਾਨ ਦਾ ਜੋੜ ਆ, ਇਹੀ ਇਹਦੀ ਦਵਾਈ ਆ, ਇਨਸਾਨ ਨਾਲ ਇਨਸਾਨ ਦਾ ਜੋੜ। ਐਂਡ ਜਦੋਂ ਕੋਈ ਇਨਸਾਨ ਨਾਲ ਜੁੜ ਜਾਂਦਾ ਮਨ ਦੇ ਲੈਵਲ 'ਤੇ, ਨਾਟ ਸਰੀਰ ਦੇ ਲੈਵਲ 'ਤੇ, ਨਾਟ ਕਿਸੇ ਹੋਰ ਲੈਵਲ 'ਤੇ, ਮਨ ਦੇ ਨਾਲ ਜਦੋਂ ਮਨ ਜੁੜ ਜਾਂਦਾ ਵਾ, ਉਦੋਂ ਇਹ ਆਪਦੇ ਆਪ ਜਿਹੜੀ ਬਿਮਾਰੀ ਹੈ ਠੀਕ ਹੋਣ ਲੱਗ ਜਾਂਦੀ ਆ। ਸੋ ਵਨਸ ਅਗੇਨ ਥੈਂਕ ਯੂ ਸੋ ਮਚ। ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਜਿਹੜੀਆਂ ਕਨੈਕਟ FM 'ਤੇ ਮੈਂ ਐਪੀਸੋਡਸ ਰਿਕਾਰਡ ਕੀਤੇ ਆ, ਜਾਂ ਮੈਂ ਜਿਹੜੇ
ਰੈਡ FM ਤੇ ਰਿਕਾਰਡ ਕੀਤੀ ਉਹ ਮੈਂ ਆਨਲਾਈਨ ਪਾਉਂਗੀ ਤਾਂ ਜੋ ਤੁਸੀਂ ਸਾਰੇ ਸੁਣ ਸਕੋ। ਮੈਨੂੰ ਪਤਾ ਬਹੁਤ ਕੁਝ ਹੋ ਰਿਹਾ, ਮੈਂ ਹੋਰ ਵੀ ਲਾਈਵ ਵੀਡੀਓਜ਼ ਕਰਨਾ ਚਾਹੁੰਦੀ ਸੀ, ਪਰ ਇਸ ਵੀਕ ਥੋੜਾ ਮੇਰਾ ਸਕੇਡਿਊਲ ਬੜਾ ਟਾਈਟ ਸੀਗਾ। ਪਰ ਮੈਂ ਕੋਸ਼ਿਸ਼ ਕਰੂੰਗੀ ਕਿ ਆਉਂਦੇ ਹੋਏ ਵੀਕ ਦੇ ਵਿੱਚ ਜਾਂ ਵੀਕਐਂਡ ਤੇ ਮੈਂ ਹੋਰ ਥੋੜੀਆਂ ਲਾਈਵ ਵੀਡੀਓਜ਼ ਕ੍ਰੀਏਟ ਕਰਕੇ ਤੁਹਾਡੇ ਲਈ ਪਾ ਸਕਾਂ। ਤੁਹਾਡਾ ਕੋਈ ਵੀ ਕੁਐਸਚਨ ਹੋਵੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਐਂਡ ਅਸੀਂ ਉਹਨਾਂ ਦੀ ਆਨਸਰ ਦੇਣ ਦੀ ਕੋਸ਼ਿਸ਼ ਕਰਾਂਗੇ। ਵਾਂਸ ਅਗੇਨ ਪਲੀਜ਼, ਹਮਦਰਦੀ ਇਹਦੀ ਦਵਾਈ ਆ, ਇਸ ਬਿਮਾਰੀ ਦੀ ਦਵਾਈ ਹਮਦਰਦੀ ਆ। ਐਂਡ ਜਿੰਨੀ ਅਸੀਂ ਹਮਦਰਦੀ ਦਿਖਾਵਾਂਗੇ ਉਨਾ ਹੀ ਅਸੀਂ ਇਹਨਾਂ ਲੋਕਾਂ ਨੂੰ ਇਕੱਲੇਪਨ ਦੇ ਵਿੱਚੋਂ ਪਾਸੇ ਕੱਢਾਂਗੇ। ਸੋ ਵਾਂਸ ਅਗੇਨ ਥੈਂਕ ਯੂ ਸੋ ਮਚ। ਐਂਡ ਜੇ ਤੁਹਾਨੂੰ ਲੱਗਦਾ ਕਿ ਇਹ ਵੀਡੀਓ ਨੇ ਤੁਹਾਡੀ ਮਦਦ ਕੀਤੀ ਆ, ਪਲੀਜ਼ ਇਹ ਵੀਡੀਓ ਸ਼ੇਅਰ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਅਸੀਂ ਜਿਹੜਾ ਲੈਸਨ ਹੈ, ਜਿਹੜਾ ਮੈਸੇਜ ਆ ਸਾਰੇ ਥਾਵਾਂ ਤੇ ਪਹੁੰਚਾ ਸਕੀਏ, ਸਪੈਸ਼ਲੀ ਆਪਣੀ ਕਮਿਊਨਿਟੀ ਦੇ ਵਿੱਚ। ਥੈਂਕ ਯੂ ਐਵਰੀਵਨ, ਬਾਏ।